देश दुनिया च वसदे पंजाबियां नूं जी आया। मैं हरजिंदर सिंह रंधावा, तुसीं देख रहे हो पंजाब टेलीविजन और मेरे नाल दे सीनियर जर्नलिस्ट जी भास्कर जी और इंद्रप्रीत जी। मैं जी आया। बहुत बहुत शुक्रिया रंधावा जी। साਰਿਆਂ ਨੂੰ ਸਤਿ ਸ੍ਰੀ ਅਕਾਲ जी। बीती शाम गवर्नर पंजाब बनवारी लाल पुरोहित ने मुख मंत्री भगवंत मान दे नां एक पत्र भेजिया, जिहदे विच उन्हां ने हुणे होया विधान सभा दा सैशन गैर कानूनी दस्सिया। किहड़े कारणा करके गैर कानूनी आ, किहड़े तत्थ जिहड़े उन्हां ने अटैच कीते आ चिट्ठी नाल, ਉਹਦੇ ਉੱਤੇ ਜ਼ਿਕਰ ਕਰਦੇ ਆ। ਇੰਦਰਪ੍ਰੀਤ ਜੀ ਸਾਂਝ ਪਵਾਉਣਗੇ ਕਿ ਗਵਰਨਰ ਕਿੰਨਾ ਆਧਾਰਾਂ ਦੇ ਉੱਤੇ ਇਸ ਸੈਸ਼ਨ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਰਹੇ ਨੇ। ਦੂਜਾ ਸਵਾਲ, ਗਵਰਨਰ ਇੱਕ ਹੋਰ ਪੈਰੇ ਦੇ ਵਿੱਚ ਬੜਾ ਸਾਫ਼ ਲਿਖ ਰਹੇ ਕੈਟੇਗੋਰੀਕਲੀ ਕਿ ਮੈਂ ਤੁਹਾਨੂੰ ਕਰਪਸ਼ਨ ਦੇ ਨਾਲ ਸੰਬੰਧਿਤ ਮਿਲੀਆਂ ਸ਼ਿਕਾਇਤਾਂ ਭੇਜੀਆਂ, ਉਹਨਾਂ ਦੇ ਤੁਸੀਂ ਕੋਈ ਜਵਾਬ ਨਹੀਂ ਦਿੱਤੇ। ਜਵਾਬ ਦੇਣੇ ਤੁਹਾਡੇ ਬਣਦੇ ਨੇ, ਡਿਊਟੀ ਬਾਉਂਡ ਹੋ। 167 ਧਾਰਾ ਦੇ ਥੱਲੇ ਤੁਸੀਂ ਮੈਨੂੰ ਜਵਾਬ ਦੇਣ ਲਈ ਪਾਬੰਦ ਹੋ। ਉਹ ਕਿਹੜੇ ਕਰਪਸ਼ਨ ਦੇ ਕੇਸਿਸ ਹੈ, ਭਾਸਕਰ ਸਾਹਿਬ ਤੋਂ ਜਾਣਦੇ ਨੇ। ਸਵਾਲ ਇਸ ਗੱਲ ਦਾ ਵੀ ਹੈ ਕਿ ਜਦੋਂ ਇਹ ਲੜਾਈ ਸਿਖਰ ਤੇ ਆ, ਪੀਕ ਤੇ ਆ, ਜਦੋਂ ਇਹ ਸਿਆਸਤ ਦੀ ਲੜਾਈ ਹੋ ਰਹੀ ਹੈ ਸਾਰੀ, ਉਸੇ ਵੇਲੇ ਪੰਜਾਬ ਦੀ ਆਮਦਨ ਪ੍ਰਤੀ ਜੀ ਪਰ ਕੈਪੀਟਾ ਇਨਕਮ ਸਾਡੇ ਗੁਆਂਢੀ ਸੂਬਿਆਂ ਦੇ ਨਾਲੋਂ ਕਾਫੀ ਘੱਟ ਹੈ ਔਰ ਲਗਾਤਾਰ ਹਰ ਸਾਲ ਇਹ ਘਟਦੀ ਜਾ ਰਹੀ ਹੈ। ਸਾਡੇ ਕਰਜ਼ੇ ਦਾ ਗ੍ਰਾਫ ਵੱਧਦਾ ਜਾ ਰਿਹਾ, ਉਹਦਾ ਵੀ ਅੰਕੜਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਹਿਮਾਚਲ ਤੇ ਹਰਿਆਣੇ ਦੀ ਇਨਕਮ ਪਰ ਕੈਪੀਟਾ ਸਾਡੇ ਨਾਲੋਂ ਕਿੰਨੀ ਵੱਧਦਾ, ਉਹ ਵੀ ਤੁਹਾਡੇ ਨਾਲ ਜ਼ਿਕਰ ਕਰਦੇ ਹਾਂ। ਔਰ ਸਾਡੀ ਰੈਵਨਿਊ ਜਨਰੇਸ਼ਨ ਕਿੱਥੇ ਫਸ ਜਾਂਦੀ ਹੈ ਜਾ ਕੇ। ਹੁਣ ਕੱਲ ਕਰੋੜਾਂ ਦਾ ਨੁਕਸਾਨ ਹੋਇਆ ਕਿਉਂਕਿ ਮਾਲ ਅਧਿਕਾਰੀ ਸਟ੍ਰਾਈਕ ਤੇ ਸੀਗੇ। ਸਾਡੇ ਕਾਰ ਵਿਹਾਰ ਸਾਡੇ ਅੱਗੇ ਹੀ ਸਾਡੀਆਂ ਲੱਤਾਂ 'ਚ ਡਹਿ ਜਾਂਦੇ ਨੇ। ਇਹ ਸਵਾਲ ਬਹੁਤ ਅਹਿਮ ਨੇ। ਚਲੋ ਥੋੜਾ ਜਿਹਾ ਅੱਗੇ ਚੱਲਾਂਗੇ। ਦਿੱਲੀ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੱਲ ਕਾਫੀ ਜ਼ੋਰਦਾਰ ਝਟਕਾ ਦਿੱਤਾ ਗਿਆ। ਉਹਨਾਂ ਨੇ 1100 ਕਰੋੜ ਰੁਪਏ ਦੇ ਇਸ਼ਤਿਹਾਰਬਾਜ਼ੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ਰੂਰੀ ਖਰਚਿਆਂ ਮੌਕੇ ਹੱਥ ਘੁੱਟ ਲੈਣੇ ਹੋ ਤੇ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਲਈ ਪੈਸੇ ਖਰਚਣ ਲਈ ਤੁਹਾਡੇ ਕੋਲ ਹੈਗੇ ਆ। ਪੰਜਾਬ ਦੀਆਂ ਵਿਰੋਧੀ ਧਿਰਾਂ ਵੀ ਇੱਥੇ ਇਹੋ ਜਿਹੇ ਇਲਜ਼ਾਮ ਲਾਉਂਦੀਆਂ ਰਹੀਆਂ। ਸਵਾਲ ਇਸ ਗੱਲ ਦਾ ਵੀ ਆ ਕਿ ਸਾਡੇ ਵਿਸ਼ਵ ਵਿਦਿਆਲਿਆਂ 'ਚ ਕੀ ਹੋ ਰਿਹਾ। ਸਾਡੇ ਵਿਸ਼ਵ ਵਿਦਿਆਲਿਆਂ 'ਚ ਹਜ਼ਾਰਾਂ ਵਿਦਿਆਰਥੀਆਂ ਦਾ ਜੇ ਭਵਿੱਖ ਖਤਰੇ 'ਚ ਪੈ ਰਿਹਾ ਹੋਵੇ ਤਾਂ ਉਹਦਾ ਜ਼ਿਕਰ ਵੀ ਕਰਨਾ ਬਣਦਾ ਹੈ ਤੇ ਜ਼ਿਕਰ ਸਰਕਾਰਾਂ ਦੀ ਉਸ ਅਪਰੋਚ ਦਾ ਵੀ ਕਰਨਾ ਬਣਦਾ ਹੈ। ਜਦੋਂ ਅਹਿਮ ਲੋਕ ਮਿਲੇ ਹੋਏ ਸਨਮਾਨ ਵਾਪਸ ਕਰਨ ਲੱਗ ਜਾਣ ਵੱਖ-ਵੱਖ ਮੌਕਿਆਂ ਤੇ, ਹੁਣ ਜਿਵੇਂ ਇਹਨਾਂ ਦਿਨਾਂ 'ਚ ਮਨੀਪੁਰ ਦਾ ਰੌਲਾ ਪਿਆ ਤੇ ਜੇਕਰ ਕੋਈ ਸੰਵੇਦਨਸ਼ੀਲ ਬੰਦਾ ਕਵੇ ਕਿ ਸਿਸਟਮ ਇੰਨਾ ਡਿੱਗ ਪਿਆ ਕਿ ਸਿਸਟਮ ਵੱਲੋਂ ਮਿਲਿਆ ਸਨਮਾਨ ਮੈਂ ਵਾਪਸ ਕਰ ਰਿਹਾ, ਥੋੜਾ ਜਿਹਾ ਇੱਕ ਰੋਸ ਹੀ ਹੁੰਦਾ ਹੈ। ਹੁਣ ਸਰਕਾਰਾਂ ਸਨਮਾਨ ਦੇਣ ਤੋਂ ਪਹਿਲਾਂ ਲਿਖ ਕੇ ਲਿਆ ਕਰਨਗੀਆਂ ਐਫੀਡੇਵਿਟ, ਵਾਪਸ ਤਾਂ ਨਹੀਂ ਕਰੋਗੇ। ਅਗਲੇ ਕਹਿੰਦੇ ਦੇਣੇ ਹੀ ਉਹਨਾਂ ਨੂੰ ਆ ਜਿਹੜੇ ਪੱਕੇ ਢੀਠ ਹੋਣਗੇ, ਜਿਹੜੇ ਵਾਪਸ ਨਾ ਕਰਨ ਦੀ ਜਾਮਨੀ ਭਰਨਗੇ। ਮਤਲਬ ਸਰਕਾਰਾਂ ਨੂੰ ਜੋ ਵਾਰਾ ਖਾਂਦਾ ਹੈ ਤੇ ਜਿਹੜੇ ਵਾਰਾ ਖਾਂਦੇ ਆ ਉਹਨਾਂ ਨਾਲ ਹੀ ਤੁਰਨਾ। ਇੰਦਰਪ੍ਰੀਤ ਜੀ, ਸਭ ਤੋਂ ਪਹਿਲਾਂ ਗਵਰਨਰ ਪੰਜਾਬ ਮੁੱਖ ਮੰਤਰੀ ਪੰਜਾਬ ਦੇ ਉਸ ਮਿਹਣੇ ਨੂੰ ਚਿੱਠੀ 'ਚ ਵਾਪਸ ਭੇਜਦੇ ਆ ਜਿਸ 'ਚ ਉਹਨਾਂ ਨੇ ਕਿਹਾ ਸੀ ਅਸੀਂ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਤੇ ਗੋਲੀਆਂ ਇਹਨਾਂ ਨੇ ਵੀ ਕੱਚੀਆਂ ਨਹੀਂ ਖੇਡੀਆਂ ਲੱਗਦੀਆਂ। ਪਰ ਜਿਹੜੀ ਚਿੱਠੀ ਦੇ ਵਿੱਚ ਇਹ ਲਿਖਿਆ ਸੀ ਕਿ ਮੈਂ ਐਕਸਪਰਟਸ ਦੀ ਰਾਏ ਨਾਲ ਅਟੈਚ ਕਰ ਰਿਹਾ, ਉਹ ਕੀ ਰਾਏ ਆ? ਜਿਹੜੀ ਰਾਏ ਲੰਘੇ ਸੈਸ਼ਨ ਨੂੰ ਗੈਰ ਸੰਵਿਧਾਨਕ ਗੈਰ ਕਾਨੂੰਨੀ ਘੋਸ਼ਿਤ ਕਰਨ ਲਈ ਗਵਰਨਰ ਸਾਹਿਬ ਕੋਲ ਆਧਾਰ ਬਣੀ, ਉਹ ਕਿਹੜੀ ਰਾਏ ਆ? ਉਹ ਕਿਹੜੀ ਐਕਸਪਰਟਸ ਦੀ ਰਾਏ ਆ? ਮੈਨੂੰ ਸਮਝਾਇਓ ਜ਼ਰਾ। ਰੰਧਾਵਾ ਸਾਹਿਬ, ਇੱਕ ਤਾਂ ਜਿਹੜੀ ਕੱਲ ਜਿਹਨੂੰ ਕਹਿੰਦੇ ਮੋੜਵਾਂ ਜਵਾਬ ਦਿੱਤਾ, ਜਿਹੜਾ ਪਲਟਵਾਰ ਕੀਤਾ ਗਵਰਨਰ ਸਾਹਿਬ ਨੇ, ਉਹ ਬੜਾ ਇਸ ਗੱਲੋਂ ਇੰਪੋਰਟੈਂਟ ਹੈ। ਉਹਨਾਂ ਨੇ ਇਹ ਗੱਲ ਉਠਾਈ ਹੈ ਕਿ ਜਿਹੜਾ ਸੈਸ਼ਨ ਬਜਟ ਸੈਸ਼ਨ ਹੋਇਆ ਹੈ ਮਾਰਚ ਮਹੀਨੇ ਦੇ ਵਿੱਚ, ਉਹਦੇ ਨੂੰ ਲੈ ਕੇ ਇੱਕ BSE ਦੀ ਮੀਟਿੰਗ ਹੋਈ। BSE ਦੀ ਮੀਟਿੰਗ 'ਚ ਸਾਰਾ ਏਜੰਡਾ ਤੈਅ ਹੋ ਗਿਆ, ਬਜਟ ਪਾਸ ਹੋ ਗਿਆ, ਬਿੱਲ ਪਾਸ ਹੋ ਗਏ, ਸਭ ਕੁਝ ਹੋ ਗਿਆ। ਤੇ ਕਿਹੜਾ ਇਹ ਜਿਹਾ ਏਜੰਡਾ ਬਜਟ ਨਾਲ ਰਿਲੇਟਡ ਸੀ ਜਿਹੜਾ ਰਹਿ ਗਿਆ ਸੀਗਾ ਤੇ ਉਹ ਪਾਸ ਨਹੀਂ ਕੀਤਾ, ਤੇ ਜਿਹਨੂੰ ਤੁਸੀਂ ਹੁਣ ਪਾਸ ਕੀਤਾ। ਤੇ ਜਦੋਂ ਹੁਣ ਵਾਲੇ ਸੈਸ਼ਨ ਬਾਰੇ ਤੁਹਾਡੇ ਤੋਂ ਪੁੱਛਿਆ ਹੀ ਗਿਆ ਸੀ, ਤੁਸੀਂ ਪਰਮਿਸ਼ਨ ਤਾਂ ਲਿੱਤੀ ਨਹੀਂ ਕੋਈ, ਤੇ ਜਿਹੜਾ ਏਜੰਡਾ ਬਾਰੇ ਪੁੱਛਿਆ ਗਿਆ ਸੀ ਉਹਦੇ ਬਾਰੇ ਤੁਸੀਂ ਕਹਤਾ ਵੀ BSE ਦੀ ਮੀਟਿੰਗ ਤੈਅ ਕਰੇਗੀ। BSE ਦੀ ਮੀਟਿੰਗ ਤੁਸੀਂ ਕੀਤੀ ਨਹੀਂ, ਤਾਂ ਫਿਰ ਇਹ ਜੇ ਕਿਹੜਾ ਕੰਮ ਸੀਗਾ? ਫਿਰ ਜੇ ਤੁਸੀਂ ਬਿਨਾਂ ਇਜਾਜ਼ਤ ਤੋਂ ਕਰ ਲਿਆ ਇਹ ਜਿਹੜਾ ਸੈਸ਼ਨ ਕਰ ਲਿਆ, ਤਾਂ ਇਹ ਸਪਸ਼ਟ ਤੌਰ ਤੇ ਇਲੀਗਲ ਹੈ। ਇਹ ਸ਼ਬਦ ਉਹਨਾਂ ਨੇ ਇਨਵਰਟਡ ਕੋਮਿਆਂ 'ਚ ਰੱਖ ਕੇ ਵਰਤਿਆ ਕਿ ਇਹ ਸਪਸ਼ਟ ਤੌਰ ਤੇ ਇਲੀਗਲ ਹੈ। ਸੋ ਜੇ ਹੁਣ ਇਹ ਇਲੀਗਲ ਹੈ ਤਾਂ ਤੁਸੀਂ ਰੰਧਾਵਾ ਸਾਹਿਬ ਦੇਖੋ ਨਾ, ਫਿਰ ਇਹਦੇ ਤਾਂ ਕਈ ਪ੍ਰਣਾਮ ਵੀ ਅਗਲੇ ਕਈ ਨੇ। ਪਹਿਲਾ ਕਿ ਜਿਹੜੇ ਇਸ ਸੈਸ਼ਨ ਦੇ ਵਿੱਚ 4 ਬਿੱਲ ਪਾਸ ਹੋਏ ਨੇ, ਫਿਰ ਉਹਨਾਂ ਦਾ ਕੀ ਹੈ? ਇਹਦਾ ਮਤਲਬ ਕਿ ਉਹ ਤਾਂ ਫਿਰ ਕੋਲਡ ਸਟੋਰ ਚਲੇ ਗਏ। ਉਹ ਤਾਂ ਹੁਣ ਨਾ ਤਾਂ ਗਵਰਨਰ ਸਾਹਿਬ ਨੇ ਫਿਰ ਪਾਸ ਕਰਨੇ, ਨਾ ਹੀ ਵਾਪਿਸ ਕਰਨੇ ਆ, ਜਾਂ ਉਹ ਇਸ ਤਰ੍ਹਾਂ ਹੀ ਲੈ ਜਾਣਗੇ ਵੀ ਜਿਸ ਤਰ੍ਹਾਂ ਪਾਸ ਹੋਏ ਹੀ ਨਹੀਂ।
ਨਾ ਗਵਰਨਰ ਨੇ ਅੱਗੇ ਭੇਜਣੇ ਨੇ ਨਾ ਇੱਥੇ ਰੱਖਣੇ ਆ। ਜੇ ਗਵਰਨਰ ਸਾਹਿਬ ਆਪਣੇ ਬਿੱਲ ਤੇ ਆਪਣੇ ਇਸ ਤੇ ਸਟੈਂਡ ਰਹਿੰਦੇ ਹੈ ਵੀ ਮੇਰਾ ਮੰਨਣਾ ਹੈ ਜੋ ਮੈਂ ਲੀਗਲ ਓਪੀਨੀਅਨ ਲਿੱਤੀ ਹੈ ਉਹਦੇ ਚ ਇਹ ਆਇਆ ਹੈ ਕਿ ਇਹ ਇਲੀਗਲ ਹੈ, ਤਾਂ ਫਿਰ ਇਹ ਜਿਹੜੇ ਚਾਰੋਂ ਬਿੱਲ ਨੇ, ਚਾਹੇ ਉਹ ਦਸਤ ਗੁਰਦੁਆਰਾ ਐਕਟ ਚ ਸੰਸ਼ੋਧਨ ਦਾ ਮਾਮਲਾ ਹੋਵੇ, ਚਾਹੇ ਡੀਜੀਪੀ ਨੂੰ ਨਿਯੁਕਤ ਕਰਨ ਲਈ ਇੱਕ ਜਿਹੜੀ ਹਾਈ ਪਾਵਰਡ ਕਮੇਟੀ ਬਣਾਈ ਗਈ ਸੀ ਉਹਦਾ ਮਾਮਲਾ ਹੋਵੇ, ਚਾਹੇ ਫਿਰ ਜਿਹੜਾ ਗਵਰਨਰ ਯੂਨੀਵਰਸਿਟੀਆਂ ਦਾ ਚਾਂਸਲਰ ਜਿਹੜਾ ਹੈਗਾ ਗਵਰਨਰਸ ਨੂੰ ਲਗਾਉਣ ਦਾ ਮਾਮਲਾ ਹੋਵੇ, ਔਰ ਇੱਕ ਯੂਨੀਵਰਸਿਟੀਆਂ ਨਾਲ ਹੀ ਸੰਬੰਧਿਤ ਜਾਂ ਕਾਲਜਾਂ ਨਾਲ ਸੰਬੰਧਿਤ ਹੀ ਇੱਕ ਬਿੱਲ ਹੋਰ ਹੈ, ਚਾਹੇ ਉਹ ਹੋਵੇ, ਉਹ ਸਾਰੇ ਦੇ ਸਾਰੇ ਬਿੱਲ ਜਿਹੜੇ ਨੇ ਉਹ ਫਿਰ ਕੋਲਡ ਸਟੋਰੇਜ 'ਚ ਚਲੇ ਜਾਂਦੇ ਆ। ਮਤਲਬ ਮੈਨੂੰ ਨਹੀਂ ਲੱਗਦਾ ਕਿ ਹੁਣ ਇਹ ਲੜਾਈ ਇੱਥੇ ਹੀ ਖਤਮ ਹੋਏਗੀ। ਇਹ ਲੜਾਈ ਮੈਨੂੰ ਲੱਗਦਾ ਹੁਣ ਅਦਾਲਤੀ ਉਹਦੇ ਵਿੱਚ ਵੀ ਜਾ ਸਕਦੀ ਹੈ, ਕਿਉਂਕਿ ਸਰਕਾਰ ਵੀ ਇਸ ਗੱਲ ਦੇ ਉੱਤੇ ਰਹੇਗੀ ਵੀ ਜੋ ਉਹਨਾਂ ਨੇ ਕੀਤਾ, ਉਹਨਾਂ ਨੇ ਜਿਹੜੀ ਆਪਣੀ ਲੀਗਲ ਟੀਮ ਹੈ ਉਸ ਤੋਂ ਜੋ ਰਾਏ ਲੈ ਕੇ ਇਹ ਸੈਸ਼ਨ ਕਾਲ ਕੀਤਾ ਸੀ, ਕਿਉਂਕਿ ਸੈਸ਼ਨ ਹਜੇ ਪ੍ਰਵੋਗ ਨਹੀਂ ਸੀ ਹੋਇਆ ਤੇ ਸਰਕਾਰ ਇਹਨੂੰ ਦੁਬਾਰਾ ਕਾਲ ਕਰ ਸਕਦੀ ਸੀ। ਇਹ ਸਰਕਾਰ ਕੋਲੇ ਅਧਿਕਾਰ ਹੈਗਾ ਤੇ ਇਹਦੇ ਲਈ ਕੋਈ ਇਹ ਜੀ ਗਵਰਨਰ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਸੀਗੀ। ਤਾਂ ਉਸ ਮੌਕੇ ਤੇ ਮੈਨੂੰ ਲੱਗਦਾ ਕਿ ਫਿਰ ਜੇ ਤਾਂ ਇਹ ਬਿੱਲ ਮਤਲਬ ਸੱਚਮੁੱਚ ਪਾਸ ਕਰਵਾਉਣੇ ਨੇ ਜਾਂ ਮਤਲਬ ਸਰਕਾਰ ਗੰਭੀਰ ਹੈ ਇਹਦੇ ਤੇ, ਫਿਰ ਤਾਂ ਮੈਨੂੰ ਲੱਗਦਾ ਕਿ ਸਰਕਾਰ ਕੋਲੇ ਕੋਰਟ 'ਚ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਇਹ ਅਦਾਲਤੀ ਲੜਾਈ ਵਧੇਗੀ। ਬਿਲਕੁਲ, ਇਹ ਅਦਾਲਤੀ ਲੜਾਈ ਹੀ ਇੱਕੋ ਇੱਕ ਹੁਣ ਇਹਦੇ 'ਚ ਹੱਲ ਰਹਿ ਗਿਆ, ਕਿਉਂਕਿ ਗਵਰਨਰ ਇਸ ਚਿੱਠੀ ਤੋਂ ਬਾਅਦ ਨਿਸ਼ਚਿੰਤ ਹੋ ਜਾਣਗੇ, ਸੁਰਖਰੂ ਹੋ ਜਾਣਗੇ ਕਿ ਤੁਸੀਂ ਬਜਟ ਸੈਸ਼ਨ ਦਾ ਬਿਜ਼ਨਸ ਤਾਂ ਨਿਪਟਾ ਲਿਆ ਸੀ ਤੇ ਹੁਣ ਕਿਹੜਾ ਬਿਜ਼ਨਸ ਸੀ ਜਿਹੜਾ ਬਜਟ ਨਾਲ ਸੰਬੰਧਿਤ ਸੀ ਉਹ ਤੁਸੀਂ ਕੀਤਾ ਕੋਈ ਨਹੀਂ। ਜੇਕਰ ਕੱਲ ਨੂੰ ਅਦਾਲਤ ਵਿੱਚ ਇਹ ਮਾਮਲਾ ਜਾਂਦਾ ਹੈ ਤਾਂ ਉੱਥੇ ਕੁਦਰਤੀ ਤੌਰ ਤੇ ਗਵਰਨਰ ਵਾਲੀ ਧਿਰ ਜਾ ਕੇ ਇਹ ਸਟੈਂਡ ਲਊਗੀ ਕਿ ਨਰੋਲ ਪੋਲਿਟਿਕਸ ਲਈ ਇਹ ਸੈਸ਼ਨ ਬੁਲਾਇਆ ਸੀ ਔਰ ਇਹਦੀ ਪਰਮਿਸ਼ਨ ਨਹੀਂ ਲਈ ਗਈ। ਭਾਸਕਰ ਸਾਹਿਬ, ਇਹ ਹੁਣ ਪੋਲਿਟਿਕਸ ਹੀ ਹੋਊਗੀ। ਜਿਸ ਆਧਾਰ ਤੇ ਮੁੱਖ ਮੰਤਰੀ ਹਰ ਦਿਨ ਸ਼੍ਰੋਮਣੀ ਕਮੇਟੀ ਨਾਲ ਸਿੱਧਿਓਂ ਸੰਬੋਧਿਤ ਸੀਗੇ, ਉਹਦੇ ਆਧਾਰ ਹੀ ਗਵਰਨਰ ਨੇ ਨੇਸਤੋ ਨਾਬੂਦ ਕਰਤਾ। ਉਹ ਆਧਾਰ ਜਿਹਦੇ ਆਧਾਰ ਤੇ ਗਵਰਨਰ ਨੂੰ ਚਾਂਸਲਰ ਵਜੋਂ ਲਾਉਣਾ ਸੀ ਤੇ ਯੂਨੀਵਰਸਿਟੀਆਂ ਵਿੱਚ ਸਿੱਧੀਆਂ ਨਿਯੁਕਤੀਆਂ ਕਰਨੀਆਂ ਸੀ, ਉਹ ਵੀ ਤਾਂ ਨੇਸਤੋ ਨਾਬੂਦ ਹੋ ਗਿਆ ਤੇ ਮਾਮਲਾ ਡੀਜੀਪੀ ਸਾਹਿਬ ਦਾ ਵੀ ਫਸ ਗਿਆ। ਜੇ ਹੁਣ ਇਹ ਮਾਮਲਾ ਅੱਗੇ ਵਧਿਆ ਹੀ ਨਹੀਂ, ਇਹਦਾ ਮਤਲਬ ਕੇਂਦਰ ਦੀ ਕੋਈ ਹੋਰ ਚਿੱਠੀ ਵੀ ਤੁਰੀ ਆਉਂਦੀ ਹੋਊ ਗ੍ਰਹਿ ਮੰਤਰਾਲੇ ਦੀ ਵੀ ਤੁਸੀਂ ਯੂਪੀਐਸਸੀ ਨੂੰ ਪੈਨਲ ਭੇਜੋ, ਇੰਨਾ ਸਮਾਂ ਹੋ ਗਿਆ, ਹੁਣ ਤਾਂ ਸਾਲ ਹੋਣ ਲੱਗਿਆ। ਸੋ ਇਹ ਸਾਰੇ ਮਾਮਲੇ ਹੁਣ ਕਾਫੀ ਪਚੀਦਾ ਹੋ ਗਿਆ। ਮੈਨੂੰ ਲੱਗਦਾ ਇਹਨਾਂ ਦੇ ਉੱਤੇ ਸਿਆਸਤ ਫੁੱਟਬਾਲ ਵਾਂਗ ਖੇਡੀ ਜਾਓ। ਬਿਲਕੁਲ, ਸਿਆਸਤ ਫੁੱਟਬਾਲ ਵਾਂਗੂ ਖੇਡੀ ਗਈ। ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਇੱਕ ਪਬਲਿਕ ਫੰਕਸ਼ਨ ਦੇ ਵਿੱਚ ਆ ਕਿਹਾ ਸੀਗਾ ਵੀ ਕਮਾਲ ਹੈ, ਬੜੀ ਮੰਦਭਾਗੀ ਗੱਲ ਹੈ, ਗਵਰਨਰ ਸਾਹਿਬ ਨੂੰ ਪਤਾ ਹੀ ਨਹੀਂ ਕਿ ਇਹ ਸੈਸ਼ਨ ਲੀਗਲ ਸੀਗਾ ਇਲੀਗਲ ਸੀਗਾ। ਹੁਣ ਗਵਰਨਰ ਸਾਹਿਬ ਨੇ ਕੱਲ ਦੀ ਚਿੱਠੀ ਦੇ ਵਿੱਚ ਸਪਸ਼ਟ ਕਰਤਾ ਹੈ, ਹਾਲਾਂਕਿ ਉਹ ਤੱਥ ਤੇ ਨਹੀਂ ਦਿੱਤੇ ਪਰ ਇਹ ਜ਼ਰੂਰ ਕਿਹਾ ਹੈ ਕਿ ਐਕਸਪਰਟ ਦੀ ਰਾਏ ਮੈਂ ਨਾਲ ਨੱਥੀ ਕਰ ਰਿਹਾ, ਤੁਸੀਂ ਦੇਖ ਲੈਣਾ ਕਿ ਆਹ ਇਲੀਗਲ ਸੀਗਾ ਜਾਂ ਲੀਗਲ ਸੀਗਾ। ਇਹਦੇ ਉੱਤੇ ਵੀ ਅੱਗੇ ਵਧੇ ਨੇ। ਨਾਲ ਉਹ ਕਹਿੰਦੇ ਨੇ ਮੇਰੇ ਕੋਲ ਕੰਪਲੇਂਟਸ ਬਹੁਤ ਆ ਰਹੀ ਹੈ, ਖਾਸ ਕਰਕੇ ਕਰਪਸ਼ਨ ਦੀ, ਪਰ ਉਹ ਨਾ ਕੰਪਲੇਂਟਾਂ ਦਾ ਜ਼ਿਕਰ ਉਸ ਚਿੱਠੀ ਦੇ ਵਿੱਚ ਤੇ ਨਹੀਂ ਕੀਤਾ। ਹੋ ਸਕਦਾ ਕੋਈ ਹੋਰ ਕਾਗਜ਼ ਅਟੈਚ ਕੀਤਾ ਹੋਇਆ। ਜਿੱਥੇ ਤੱਕ ਸਾਨੂੰ ਯਾਦ ਹੈ, ਕੁਲਦੀਪ ਸਿੰਘ ਚਾਹਲ ਦੇ ਮਾਮਲੇ ਦੇ ਵਿੱਚ ਮਿਸਕੰਡਕਟ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਬਤੌਰ ਚੰਡੀਗੜ੍ਹ ਦੇ ਐਸਐਸਪੀ ਹਟਾ ਦਿੱਤਾ ਗਿਆ ਸੀ। ਬਾਅਦ ਚੋਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਡੀਆਈਜੀ ਬਣਾ ਕੇ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਤਾ ਸੀਗਾ। ਔਰ ਉਸ ਤੋਂ ਇਲਾਵਾ ਆਸ਼ੀਸ਼ ਕਪੂਰ ਦੇ ਕੇਸ ਦੇ ਵਿੱਚ ਵੀ ਕੁਝ ਕੰਪਲੇਂਟਾਂ ਗਵਰਨਰ ਸਾਹਿਬ ਕੋਲ ਸਿੱਧਾ ਪਹੁੰਚੀ ਸੀ, ਉਹਨਾਂ ਨੇ ਅੱਗੇ ਭਗਵੰਤ ਮਾਨ ਉਹਨਾਂ ਨੂੰ ਭੇਜਤੀ ਸੀ। ਫਿਰ ਕਟਾਰੂ ਚੱਕ ਉਹਨਾਂ ਦਾ ਮਾਮਲਾ, ਉਹ ਵੀ ਕਹਿ ਦਿੱਤਾ ਸੀਗਾ ਗਵਰਨਰ ਸਾਹਿਬ ਨੇ ਕਿ ਇਸ ਤਰ੍ਹਾਂ ਦੇ ਆਰੋਪਾਂ ਦੇ ਘਿਰੇ ਹੋਏ ਮੰਤਰੀ ਨੂੰ ਮੰਤਰੀ ਬਣਨ ਦਾ ਕੋਈ ਹੱਕ ਨਹੀਂ ਹੈ। ਇਸ ਤੋਂ ਇਲਾਵਾ ਕਿਹੜੀ ਕਰਪਸ਼ਨ ਦੀ ਕੰਪਲੇਂਟਾਂ ਆਈਆਂ ਉਹਦਾ ਜ਼ਿਕਰ ਨਹੀਂ ਕੀਤਾ। ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਵਿਧਾਨ ਸਭਾ ਦੇ ਵਿੱਚ ਮੇਰੀ ਲਿਖੀ ਹੋਈ ਚਿੱਠੀ ਜਾਂ ਚਿੱਠੀਆਂ ਨੂੰ ਤੁਸੀਂ ਲਵ ਲੈਟਰਸ ਕਰਕੇ ਸੰਬੋਧਿਤ ਕੀਤਾ ਸੀਗਾ। ਉਹਨਾਂ ਲਵ ਲੈਟਰਾਂ ਦਾ ਜਵਾਬ ਦੇ ਦਿਓ, ਨਹੀਂ ਤੇ ਫਿਰ ਧਾਰਾ 167 ਦੇ ਖਿਲਾਫ ਸੰਵਿਧਾਨ ਦੀ ਅਸੀਂ ਵਾਇਓਲੇਸ਼ਨ ਦੇ ਬਾਰੇ ਚ ਮੈਂ ਅੱਗੇ ਤੁਰੂੰਗਾ, ਕਿਉਂਕਿ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਸੀ ਗਵਰਨਰ ਸਾਹਿਬ ਕੋਈ ਵੀ ਇਨਫੋਰਮੇਸ਼ਨ ਮੰਗੇ ਤੇ ਉਹਨਾਂ ਨੂੰ ਦੇਣਾ ਮੁੱਖ ਮੰਤਰੀ ਦਾ ਇੱਕ ਡਿਊਟੀ ਬਾਉਂਡ ਹੈ। ਮੁੱਖ ਮੰਤਰੀ ਇਹ ਸਾਰੀ ਗੱਲਾਂ ਤੇ ਜਵਾਬ ਦੇਣ ਦੇ ਉੱਤੇ ਇਹ ਮੈਨੂੰ ਲੱਗਦਾ ਹੈ ਕਿ ਇਹ ਮਾਮਲਾ ਕਾਫੀ ਅੱਗੇ ਵੱਧ ਗਿਆ। 9 ਸੂਬਿਆਂ ਦਾ ਜ਼ਿਕਰ ਅਸੀਂ ਅਕਸਰ ਕਰਦੇ ਹਾਂ ਜਿੱਥੇ ਗਵਰਨਰ ਤੇ ਇਲੈਕਟਡ ਸਰਕਾਰਾਂ ਦੀ ਲੜਾਈ ਚੱਲ ਰਹੀ ਹੈ ਜਾਂ ਫਿਰ ਇੱਕ ਕਨਫਲਿਕਟ ਚੱਲ ਰਿਹਾ ਹੈ। ਉਹਨਾਂ ਮੁੱਦਿਆਂ ਤੋਂ ਅੱਗੇ ਵੱਧ ਕੇ ਹੁਣ ਸਰਕਾਰ ਕੋਲ ਇੱਕੋ ਹੀ ਆਪਸ਼ਨ ਬਚੀ ਹੈ ਕਿ ਕੋਰਟ ਦੇ ਵਿੱਚ ਚੈਲੰਜ ਕਰਨ। ਹੁਣ ਕੋਰਟ ਤੇ ਚੈਲੰਜ ਕਰਨ ਵਾਸਤੇ ਜਾਂ ਉਸ ਤੋਂ ਪਹਿਲੇ ਗਵਰਨਰ ਸਾਹਿਬ ਨੇ ਜਿਹੜੀ ਇੱਕ ਲੀਗਲ ਐਕਸਪਰਟ ਦੀ ਓਪੀਨੀਅਨ ਨਾਲ ਨੱਥੀ ਕੀਤੀ ਹੈ, ਉਹਨੂੰ ਵੀ ਸਟੱਡੀ ਕਰਨਾ ਪਏਗਾ। ਕਿਤੇ ਕੋਰਟ ਦੇ ਵਿੱਚ ਜਾ ਕੇ ਸਰਕਾਰ ਹਾਰ ਗਈ ਤੇ ਫਿਰ ਹੋਰ ਜ਼ਿਆਦਾ ਮਿੱਟੀ ਪਲੀਤ ਹੋਏਗੀ। ਹੁਣ ਇਹ ਮਾਮਲਾ ਕਾਫੀ ਅੱਗੇ ਵੱਧ ਚੁੱਕਿਆ ਕਿਉਂਕਿ ਉਹ ਸੈਸ਼ਨ ਹੀ ਇਲੀਗਲ ਡਿਕਲੇਅਰ ਹੋ ਗਿਆ। ਹਾਂ, ਕਿਉਂਕਿ ਇਹਦੇ ਵਿੱਚ ਦੋ ਪਹਿਲੂ ਉਹਨਾਂ ਨੇ ਖੁੱਲੇ ਛੱਡਤੇ ਆ। ਇੱਕ ਪਹਿਲੂ ਤੇ ਉਹਨਾਂ ਨੇ ਇਹ ਖੁੱਲਾ ਛੱਡਤਾ ਹੈ ਕਿ ਮੇਰੇ ਕੋਲ ਜਿਹੜੀ
ਕਰਪਸ਼ਨ ਦੇ ਮਾਮਲੇ 'ਚ ਕੇਸਸ ਆ ਰਹੇ ਆ, ਉਹ ਤੁਸੀਂ ਉਹ ਕੰਪਲੇਂਟਸ ਆ ਰਹੀਆਂ, ਉਹਨਾਂ ਦਾ ਤੁਸੀਂ ਜਵਾਬ ਨਹੀਂ ਦੇ ਰਹੇ। ਤੇ ਦੂਜਾ ਉਹਨਾਂ ਨੇ ਕਿਹਾ ਵੀ ਜਵਾਬ ਦੇਣਾ ਤੁਹਾਡੀ ਡਿਊਟੀ ਹੈ ਔਰ ਤੁਸੀਂ ਜਵਾਬ ਨਹੀਂ ਦੇ ਰਹੇ, ਇਹ ਸੰਵਿਧਾਨ ਦੀ ਉਲੰਘਣਾ ਹੈ। ਇਹ ਸਵਾਲ ਉਹਨਾਂ ਨੇ ਦੋ ਉਠਾ ਕੇ ਗੇਮ ਖੁੱਲੀ ਛੱਡਤੀ, ਮਤਲਬ ਗੇਮ ਬੰਦ ਨਹੀਂ ਕੀਤੀ ਵੀ ਚਿੱਠੀ ਬੰਦ ਤੁਸੀਂ ਜਵਾਬ ਦਿਓ, ਨਾਲ ਹੀ ਦੂਜੀ ਚਿੱਠੀ ਤਿਆਰ ਹੋਊਗੀ ਜੇ ਮੁੱਖ ਮੰਤਰੀ ਇੱਥੇ ਜਵਾਬ ਦਿੰਦੇ ਨੇ ਜਾਂ ਇਹਦੇ ਸੰਬੰਧ 'ਚ ਤੁਰੰਤ ਕਿਸੇ ਕੋਰਟ 'ਚ ਜਾਂਦੇ ਨੇ। ਹੁਣ ਇਹ ਮਾਮਲਾ ਹੈ ਕਿ ਇਹ ਮਾਮਲਾ ਹਾਈ ਕੋਰਟ 'ਚ ਵਿਚਾਰਿਆ ਜਾਊਗਾ ਜਾਂ ਸੁਪਰੀਮ ਕੋਰਟ ਦੇ ਵਿੱਚ ਲਾਇਆ ਜਾਊਗਾ। ਇੰਦਰਪ੍ਰੀਤ ਜੀ, ਵੈਸੇ ਹੈਰਾਨੀ ਦੀ ਗੱਲ ਆ, ਸਿਤਮ ਜਰੀਫੀ ਹੈ ਕਿ ਆ ਹੁਣ ਵੀ ਬੂੰਦਾਬਾਂਦੀ ਹੋ ਰਹੀ ਹੈ। ਮੈਂ ਅੰਮ੍ਰਿਤਸਰ 'ਚ ਬੈਠਾ ਹਾਂ, ਭਾਸਕਰ ਸਾਹਿਬ ਜਲੰਧਰ 'ਚ ਨੇ, ਇਸ ਪੂਰੇ ਰੀਜਨ ਦੇ ਵਿੱਚ, ਇਸ ਖਿੱਤੇ ਦੇ ਵਿੱਚ ਬਾਰਿਸ਼ ਹੋ ਰਹੀ ਹੈ, ਪਹਿਲਾਂ ਹੀ ਪਾਣੀ ਕਾਫੀ ਭਰਿਆ ਹੋਇਆ ਤੇ ਲੋਕਾਂ ਦੇ ਨੁਕਸਾਨ ਦਾ ਹੋਰ ਜ਼ਿਆਦਾ ਖਤਰਾ ਬਣਿਆ ਹੋਇਆ। ਸਾਡੇ ਇਹ ਲੋਕ ਕਿੰਨੇ ਅਸੰਵੇਦਨਸ਼ੀਲ ਨੇ ਕਿ ਇਹਨਾਂ ਦਾ ਧਿਆਨ ਸਾਰਾ ਪੋਲਿਟਿਕਸ ਵੱਲ, ਖੈਰ ਪੋਲਿਟਿਕਸ ਹੋਣੀ ਚਾਹੀਦੀ, ਪਰ ਮੈਂ ਫਿਰ ਇਹਦੇ 'ਚ ਅੱਗੇ ਗੱਲ ਵਧਾਊਂਗਾ ਕਿ ਜਦੋਂ ਅੰਕੜੇ ਰਿਲੀਜ਼ ਹੋ ਰਹੇ ਨੇ ਕਿ ਸਾਡੀ ਪਰ ਕੈਪੀਟਾ ਇਨਕਮ ਪੰਜਾਬ ਦੇ ਵਿੱਚ ਜੰਮਿਆਂ ਦੀ ਆਮਦਨ ਹਰਿਆਣੇ ਤੇ ਹਿਮਾਚਲ ਨਾਲੋਂ ਥੱਲੇ ਚਲੀ ਗਈ, ਜਿਹਦੇ ਨਾਲੋਂ ਅੱਡ ਹੋ ਕੇ ਹਰਿਆਣਾ ਤੇ ਹਿਮਾਚਲ ਬਣਦੇ, ਮਤਲਬ ਵੱਡਾ ਭਰਾ, ਸੋ ਕਾਲਡ ਖੁਸ਼ਹਾਲ ਸੂਬਾ, ਸਾਰੇ ਦੇਸ਼ ਵਿੱਚੋਂ ਬਿਹਤਰ ਸੂਬਾ, ਕਿੰਨਾ ਕਿੰਨਾ ਵਿਸ਼ੇਸ਼ਣਾ ਤਸ਼ਬੀਹਾਂ ਨਾਲ ਅਸੀਂ ਆਪਣਾ ਢਿੱਡ ਭਰਦੇ ਹਾਂ। ਪਰ ਇਸ ਵੇਲੇ ਮੈਂ ਹੈਰਾਨੀਜਨਕ ਤਰੀਕੇ ਨਾਲ ਦੇਖ ਰਿਹਾ, ਤੁਸੀਂ ਇਹ ਸਾਰੇ ਅੰਕੜੇ ਦੱਸਿਓ, ਰਿਪੀਟ ਹੋਣਗੇ ਅਦਰਵਾਈਜ਼, ਕਿ ਅਸੀਂ ਪ੍ਰਤੀ ਜੀ ਆਮਦਨ 'ਚ ਹਿਮਾਚਲ ਨਾਲੋਂ ਵੀ ਡਿੱਗ ਪਏ, ਹਰਿਆਣਾ ਤੇ ਸਾਡੇ ਨਾਲੋਂ ਕਾਫੀ ਉੱਤੇ ਆ। ਜਿਹੜਾ ਮੈਂ ਅੰਕੜਾ ਦੇਖ ਰਿਹਾ ਵੀ 2022-23 ਦੇ ਵਿੱਚ ਉਹਨਾਂ ਦਾ ਅੰਕੜਾ ਜਿਹੜਾ ਹੈਗਾ ਪ੍ਰਤੀ ਜੀ ਆਮਦਨ ਦਾ 2,96,685 ਤੇ ਸਾਡਾ ਜਿਹੜਾ ਵਾ ਉਹ 1,73,000, ਮਤਲਬ। ਔਰ ਇਹ ਹੀ ਇੱਥੇ ਹੀ ਨਹੀਂ ਗੱਲ ਹੈਗੀ, ਕਰਜ਼ੇ ਦੇ ਵਿੱਚ ਜਿਹੜਾ ਮੈਂ ਇੱਕ ਡਾਟਾ ਦੇਖ ਰਿਹਾ, ਕੁਦਰਤੀ ਤੌਰ ਤੇ ਸਾਰੇ ਡਾਟਾ ਇਕੱਠੇ ਹੋ ਗਏ ਅੱਜ, ਜਿਹੜਾ ਕਰਜ਼ਾ ਸਾਡੇ ਉੱਤੇ ਚੜਿਆ ਉਸ ਜਿਹੜਾ ਲਿਖਤ ਵਿੱਚ ਆਇਆ 3,05,000 ਕਰੋੜ ਹੈ ਔਰ ਹਰਿਆਣੇ ਦਾ ਜਿਹੜਾ 2,87,000 ਕਰੋੜ। ਇੱਥੇ ਚਲੋ ਫਰਕ ਬੜਾ ਘੱਟ ਹੈ, ਪਰ ਉਹਨਾਂ ਦੀ ਇਨਕਮ ਦੇ ਨਜ਼ਰੀਏ ਤੋਂ ਸਾਰੀਆਂ ਗੱਲਾਂ। ਸੋ ਇਹ ਗੱਲ ਵਧਾਇਓ ਜਰਾ, ਜਿੱਥੇ ਰੈਵਨਿਊ ਜਨਰੇਸ਼ਨ ਹੋਣੀ ਬੰਦੇ ਸਟ੍ਰਾਈਕ ਤੇ ਬੈਠੇ ਆ, ਕੀ ਕਹਿੰਦੇ? ਰੰਧਾਵਾ ਸਾਹਿਬ ਬਿਲਕੁਲ ਠੀਕ ਹੈ। ਜਿਹੜਾ ਤੁਸੀਂ ਇਹ ਅੰਕੜਾ ਪੜਿਆ, ਤੁਸੀਂ ਦੇਖੋ 2,96,685 ਤੇ 1,73,000 ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡਾ ਅੰਤਰ ਹੈ। ਔਰ ਜੇ ਅਸੀਂ ਇਹਨੂੰ ਚੰਡੀਗੜ੍ਹ ਨਾਲ ਉਹ ਕਰੀਏ ਤਾਂ ਚੰਡੀਗੜ੍ਹ ਦਾ ਜਿਹੜਾ ਪਿਛਲਾ ਸੀਗਾ ਉਹੀ 3,49,000 ਸੀ, ਸ਼ਾਇਦ ਹੁਣ ਇਸ ਸਾਲ ਤਾਂ ਹਜੇ ਉਹਦਾ ਅੰਕੜਾ ਆਇਆ ਨਹੀਂ ਆ ਤੇ ਸ਼ਾਇਦ ਹੋਰ ਵੱਧ ਜਾਏਗਾ, ਲਗਭਗ 2 ਗੁਣਾ ਅੱਗੇ ਹੋ ਗਿਆ। ਬਹੁਤ ਸਾਰੀਆਂ ਚੀਜ਼ਾਂ ਨੇ ਇਹਦੇ ਵਿੱਚ, ਬਹੁਤ ਸਾਰੇ ਪਹਿਲੂ ਨੇ ਜਿਹੜੇ ਦੇਖਣੇ ਬਣਦੇ ਆ। ਮੈਨੂੰ ਜੋ ਲੱਗਦਾ ਹੈ ਉਹ ਇਹ ਹੈ ਕਿ ਇੱਕ ਤਾਂ ਸਾਨੂੰ ਜਿਹੜਾ ਐਜ਼ ਕੈਪੀਟਲ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ। ਕੈਪੀਟਲ ਦੇ ਤੌਰ ਤੇ ਸਾਡਾ ਸਾਰਾ ਰੈਵਨਿਊ ਜਿਹੜਾ ਹੈਗਾ ਉਹ ਚੰਡੀਗੜ੍ਹ ਚਲਾ ਜਾਂਦਾ, ਚੰਡੀਗੜ੍ਹ ਤੋਂ ਗਵਰਨਮੈਂਟ ਆਫ ਇੰਡੀਆ ਨੂੰ ਚਲਾ ਜਾਂਦਾ। ਇੱਕ ਚੰਗੀ ਚੀਜ਼ ਜ਼ਰੂਰ ਪੰਜਾਬ ਨੇ 2-3 ਸਾਲ ਦੀ ਮੁਸ਼ੱਕਤ ਤੋਂ ਬਾਅਦ ਇੱਕ ਪਾਸ ਕਰਾ ਲਈ ਹੈ, ਅਜੇ ਉਹਦੀ GST ਦੀ ਨੋਟੀਫਿਕੇਸ਼ਨ ਨਹੀਂ ਹੋਈ ਕਿ ਤੁਸੀਂ ਬਿੱਲ ਦੇ ਉੱਤੇ ਲਿਖੋਗੇ ਵੀ ਖਰੀਦਦਾਰ ਕਿੱਥੋਂ ਦਾ ਹੈ। ਤਾਂ ਮੈਂ ਕੱਲ ਹੀ ਹਰਪਾਲ ਸਿੰਘ ਚੀਮਾ ਹੋਣੀ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀਗੀ ਸਾਰੀ ਇਹਦੇ ਉੱਤੇ, ਤਾਂ ਮੈਂ ਉਹਦੀ ਮੀਟਿੰਗ ਬਾਰੇ ਪਤਾ ਜਦੋਂ ਕਰ ਰਿਹਾ ਸੀ ਤਾਂ ਵੀ ਹੋਇਆ ਕੀ ਹੈ, ਤਾਂ ਉਸ 'ਚ ਪਤਾ ਲੱਗਿਆ ਵੀ ਹਜੇ ਤੱਕ ਤੋਂ ਨੋਟੀਫਿਕੇਸ਼ਨ ਨਹੀਂ ਹੋਈ। ਲੇਕਿਨ ਅਸੀਂ ਆਪਣੇ ਤੌਰ ਤੇ ਆਕਲਨ ਇੱਕ ਕੀਤਾ ਹੈਗਾ ਵੀ ਜੇ ਉਹ ਨੋਟੀਫਿਕੇਸ਼ਨ ਲਾਗੂ ਹੋ ਜਾਂਦੀ ਹੈ ਤਾਂ ਪੰਜਾਬ ਨੂੰ 200 ਕਰੋੜ ਰੁਪਏ ਦਾ ਫਾਇਦਾ ਹੋ ਸਕਦਾ ਹੈ ਇਨੀਸ਼ੀਅਲੀ। ਬਾਕੀ ਜਦੋਂ ਅਸੀਂ ਜ਼ੋਰ ਲਾਵਾਂਗੇ, ਇਹਨੂੰ ਥੋੜਾ ਪ੍ਰੋਪੇਗੇਟ ਕਰਾਂਗੇ ਤਾਂ ਸ਼ਾਇਦ ਹੋਰ ਹੋ ਜੇ। ਪਰ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਜੇ ਤੁਸੀਂ ਨਜ਼ਰ ਮਾਰੋ, ਹਰਿਆਣਾ ਜਿਹੜਾ ਅੱਜ ਦੀ ਡੇਟ ਦੇ ਵਿੱਚ 3 ਲੱਖ ਦੇ ਉੱਤੇ ਖੜਾ, ਪਰ ਕੈਪੀਟਾ ਇਨਕਮ 3 ਲੱਖ। ਅਗਰ ਅਸੀਂ ਉਸ ਤੇ ਜਾਈਏ ਤਾਂ ਤੁਸੀਂ ਇਹ ਦੇਖੋ ਵੀ ਹਰਿਆਣੇ ਦੇ ਵਿੱਚ ਜਿਹੜਾ NCR ਦਾ ਉਹਨਾਂ ਨੇ ਜਿੰਨਾ ਫਾਇਦਾ ਲਿੱਤਾ ਹੈ, ਮਤਲਬ ਗੁੜਗਾਉਂ, ਫਰੀਦਾਬਾਦ, ਸੋਨੀਪਤ, ਪਾਣੀਪਤ ਤੱਕ ਜਿਹੜਾ ਉਹਨਾਂ ਦਾ ਸਾਰਾ ਏਰੀਆ ਹੈ, ਉਹ ਜਿੰਨਾ ਉਹਨਾਂ ਨੇ ਡਿਵੈਲਪ ਕੀਤਾ ਹੈ, ਉਹਦੇ ਨਾਲ ਜਿਹੜੀ ਉਹਨਾਂ ਦੀ ਇਨਕਮ ਜਨਰੇਟ ਹੋਈ ਹੈ, ਉਹ ਉਹਨੇ ਹਰਿਆਣਾ ਨੂੰ ਪਹਿਲੇ ਨੰਬਰ ਤੇ ਲਿਆਤਾ। ਮਤਲਬ ਕਿ ਜਿਹੜੀਆਂ ਸਟੇਟਾਂ ਨੇ ਉਹਦੇ ਵਿੱਚ ਉਹ ਪਹਿਲੇ ਨੰਬਰ ਤੇ ਆ ਗਿਆ। ਪਰ ਸਾਡੇ ਦਿੱਕਤ ਕੀ ਹੋ ਰਹੀ ਹੈ? ਸਾਡੇ ਦਿੱਕਤ ਹੋ ਰਹੀ ਹੈ ਕਿ ਇੱਕ ਤਾਂ ਅਸੀਂ ਲੈਂਡ ਲੌਕ ਸਟੇਟ ਦੇ ਵਿੱਚ ਆ, ਸਾਨੂੰ ਨਾ ਤਾਂ ਪਾਕਿਸਤਾਨ ਦੇ ਨਾਲ ਹੋਣ ਦਾ ਕੋਈ ਫਾਇਦਾ ਹੋ ਰਿਹਾ, ਰਾਦਰ ਸਾਨੂੰ ਘਾਟਾ ਹੀ ਹੋ ਰਿਹਾ। ਦੂਜੇ ਪਾਸੇ ਹਿੱਲੀ ਸਟੇਟਸ ਨੇ, ਸਾਡੀਆਂ ਹਿੱਲੀ ਸਟੇਟਸ ਨੂੰ ਬਹੁਤ, ਸਾਡਾ ਬਿਜ਼ਨਸ ਜਿਹੜਾ ਹੈਗਾ ਉਹ ਹਿੱਲੀ ਸਟੇਟਸ ਨੂੰ ਚਲਾ ਗਿਆ ਹੈਗਾ। ਤੀਸਰੇ ਪਾਸੇ ਜਿਹੜਾ ਹਰਿਆਣਾ ਰਹਿ ਗਿਆ, ਹਰਿਆਣਾ ਦੇ ਵਿੱਚ ਸਾਨੂੰ ਕੋਈ ਚੰਡੀਗੜ੍ਹ ਆ ਗਿਆ। ਚੰਡੀਗੜ੍ਹ ਦੇ ਵਿੱਚ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਿਹਾ ਕਿ ਜਿਹੜੀ ਚੀਜ਼ ਅਸੀਂ ਚੰਡੀਗੜ੍ਹੋਂ ਖਰੀਦ ਲੈਂਦੇ ਹਾਂ, ਸਾਰਾ ਰੈਵਨਿਊ ਜਿਹੜਾ ਉਹ ਚੰਡੀਗੜ੍ਹ ਨੂੰ ਚਲਾ ਜਾਂਦਾ ਹੈ, ਸਾਨੂੰ ਉਹਦੇ ਵਿੱਚ ਵੀ ਕੁਝ ਨਹੀਂ ਮਿਲਦਾ। ਤੀਜੀ ਗੱਲ, ਅਸੀਂ ਜਿਹੜਾ ਆਪ ਇੱਕ ਇਨੀਸ਼ੀਏਟਿਵ ਲੈਣਾ ਹੁੰਦਾ ਹੈ, ਅਸੀਂ ਉਸ ਤੇ ਵੀ ਕੋਈ ਕੰਮ ਨਹੀਂ ਕਰ ਰਹੇ।
ਤੁਸੀਂ ਦੇਖੋ ਅਸੀਂ ਇਸੇ ਗੱਲ ਦੇ ਉੱਤੇ ਹੀ ਖੜੇ ਹਾਂ ਵੀ ਸਾਨੂੰ ਤਾਂ MSP ਮਿਲਦੀ ਰਹੇ ਤਾਂ ਬਸ ਸਾਡਾ ਕੰਮ ਚੱਲਦਾ ਰਹੇ, ਅਸੀਂ ਕੋਈ ਨਵੇਂ ਐਵੀਨਿਊਜ਼ ਡਿਵੈਲਪ ਹੀ ਨਹੀਂ ਕਰਨੇ। ਅੱਜ ਦੀ ਡੇਟ 'ਚ ਅਸੀਂ ਇਸੇ ਗੱਲ ਕਰ ਰਹੇ ਸੀਗੇ ਕਿ ਸਾਡੇ ਬਹੁਤ ਸਾਰੇ ਜਿਹੜੇ ਲੋਕ ਖਾਸ ਤੌਰ ਤੇ, ਕਿਉਂਕਿ ਸਾਡੀ ਰੂਰਲ ਇਕਨੋਮੀ ਹੈ, ਅਸੀਂ ਜੋ ਕੁਝ ਵੀ ਦੇਖਾਂਗੇ ਰੂਰਲ ਇਕਨੋਮੀ ਚੋਂ ਹੀ ਦੇਖਾਂਗੇ। ਰੂਰਲ ਇਕਨੋਮੀ ਦੇ ਵਿੱਚ ਬਹੁਤ ਸਾਰੇ ਬਹੁਤ ਵੱਡਾ ਇੱਕ ਹੱਥ, ਇੰਡਸਟਰੀ ਜਿੰਨਾ ਹੱਥ, ਮੈਂ ਦੱਸਦਾ ਤੁਹਾਨੂੰ, ਇੰਡਸਟਰੀ ਜਿੰਨਾ ਹੀ ਹੱਥ ਪਸ਼ੂ ਪਾਲਣ ਡਿਪਾਰਟਮੈਂਟ ਦਾ ਹੈ। ਜਿੰਨੀ ਨਹੀਂ ਸਾਨੂੰ ਇੰਡਸਟਰੀ ਤੋਂ ਇਨਕਮ ਹੁੰਦੀ ਹੈ, ਉਨੀ ਉਹ ਸਾਨੂੰ ਪਸ਼ੂ ਪਾਲਣ ਤੋਂ ਵੀ ਹੁੰਦੀ ਹੈ। ਤੁਸੀਂ ਦੇਖੋ ਉਸ ਦੇ ਉੱਤੇ ਅਸੀਂ ਕੋਈ ਕੰਮ ਨਹੀਂ ਕਰ ਰਹੇ। ਸਾਡੇ ਜਿਹੜੇ ਛੋਟੇ ਛੋਟੇ ਮਤਲਬ ਇੱਕ ਦੋ ਪਸ਼ੂ ਹੁੰਦੇ ਸੀ, ਹਰ ਘਰ 'ਚ ਪਿੰਡ 'ਚ ਹੁੰਦਾ ਸੀਗਾ, ਉਹ ਸਾਰੇ ਬੰਦ ਕਰਦੇ ਜਾ ਰਹੇ ਆ। ਅਸੀਂ ਕਮਰਸ਼ੀਅਲ ਡੇਅਰੀ ਫਾਰਮਿੰਗ ਤੇ ਚਲੇ ਗਏ, ਪਰ ਉਸ ਡੇਅਰੀ ਫਾਰਮਿੰਗ ਤੇ ਵੀ ਬਹੁਤ ਵੱਡਾ ਐਵੀਨਿਊ ਹੈ। ਅਸੀਂ ਡਾਈਵਰਸੀਫਿਕੇਸ਼ਨ ਦਾ ਬਹੁਤ ਵੱਡਾ ਇੱਕ ਕੰਮ ਉੱਤੇ ਕਰ ਸਕਦੇ ਹਾਂ। ਕੱਲ ਅਸੀਂ ਇੱਕ ਜਿਹੜੇ ਇੱਥੇ ਯੂਨਿਟ ਜਿਨ੍ਹਾਂ ਨੇ ਲਗਾਏ ਨੇ ਉਹਨਾਂ ਨਾਲ ਗੱਲ ਕਰਕੇ ਆਏ ਸੀ। ਉਹ ਕਹਿੰਦੇ ਵੀ ਅਸੀਂ ਤਾਂ ਪੰਜਾਬ ਦੀ ਰਿਕੁਆਇਰਮੈਂਟ ਹੀ ਮੱਕੀ ਚੋਂ ਪੂਰੀ ਨਹੀਂ ਕਰ ਪਾ ਰਹੇ। ਸਾਡੇ ਕੋਲ ਤਾਂ ਗੁਜਰਾਤ, ਹਿਮਾਚਲ ਵਰਗੀਆਂ ਸਟੇਟਾਂ ਪਈਆਂ ਨੇ, ਉਸ ਤੋਂ ਇਲਾਵਾ ਫਿਰ ਜਿਹੜਾ ਇਹ ਹੈਗਾ ਕੀ ਨਾਮ ਹੈ, ਜਿੰਨਾ ਅਰਬ ਮੁਲਕ ਨੇ, ਇਹ ਸਾਰੇ ਇਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਬਹੁਤ ਵੱਡਾ ਮਤਲਬ ਕਿ ਪਸ਼ੂ ਜਿਹੜਾ ਚਾਰਾ ਹੁੰਦਾ ਉਹ ਪਹੁੰਚਾ ਸਕਦੇ ਹਾਂ, ਪਰ ਅਸੀਂ ਇਸ ਤੇ ਕੋਈ ਕੰਮ ਹੀ ਨਹੀਂ ਕਰ ਰਹੇ। ਅਸੀਂ ਮਤਲਬ ਏਦਾਂ ਹੱਥ ਤੇ ਹੱਥ ਧਰੇ ਬੈਠੇ ਹਾਂ ਵੀ ਜਿਸ ਤਰ੍ਹਾਂ ਇਸ ਤੇ ਕੋਈ ਕੰਮ ਹੀ ਨਹੀਂ ਹੁੰਦਾ। ਸਾਡਾ ਮੁੱਖ ਫੋਕਸ ਹੀ ਇਕੱਲਾ ਹੈਗਾ ਵੀ ਪੈਡੀ ਹੋ ਜਾਏ ਬਸ। ਵੀ ਪੈਡੀ ਤੋਂ ਇਲਾਵਾ ਵੀ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ, ਉਹਨੂੰ ਕਿਉਂ ਨਹੀਂ ਅਸੀਂ ਕਰਦੇ। ਸੋ ਇਹ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਨੇ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੰਡਸਟਰੀ ਨਾਲ ਵੀ ਤਾਕੁਲ, ਸਰਵਿਸ ਸੈਕਟਰ ਤੋਂ ਅਸੀਂ ਬਿਲਕੁਲ ਪਿਛੜੇ ਹੋਏ ਹਾਂ। ਯਾਨੀ ਜੇ ਕਹੋ ਕਿ ਕੋਈ ਬੰਦਾ ਇਸ ਟਾਈਮ ਗੁੜਗਾਉਂ ਪਹੁੰਚ ਗਿਆ ਤੇ ਅਸੀਂ ਤਾਂ ਹਜੇ ਝੇੜੂ ਤੱਕ ਹੀ ਫਸੇ ਹੋਏ ਹਾਂ, ਬਹੁਤ ਪਿੱਛੇ ਖੜੇ ਆ। ਮਤਲਬ ਮੈਂ ਇਹ ਗੱਲ ਨੂੰ ਮੰਨਣ 'ਚ ਕੋਈ ਮੈਨੂੰ ਹਰਜ ਨਹੀਂ। ਤੀਸਰੀ ਗੱਲ ਜਿਹੜੀ ਇੱਕ ਹੋਰ ਸੀਗੀ, ਕੋਈ ਟਾਈਮ ਸੀ ਅੱਜ ਤੋਂ 5, 7, 10 ਸਾਲ ਪਹਿਲਾਂ, ਜਦੋਂ ਸਾਨੂੰ ਜਿਹੜੇ ਵਿਦੇਸ਼ਾਂ 'ਚ ਸਾਡੇ ਜਿਹੜੇ ਬੱਚੇ ਗਏ ਹੈ, ਉਹ ਸਾਨੂੰ ਬਹੁਤ ਪੈਸਾ ਭੇਜਦੇ ਸੀ। ਤਾਂ ਮੈਂ ਇੱਕ ਵਾਰੀ, ਮੈਨੂੰ ਯਾਦ ਹੈ ਕਿ 8 ਜਾਂ 9 ਸਾਲ ਪਹਿਲਾਂ ਅਸੀਂ ਇੱਕ ਸਟੋਰੀ ਕੀਤੀ ਸੀ, ਉਸ 'ਚ ਕੇਰਲਾ ਤੋਂ ਬਾਅਦ ਦੂਸਰਾ ਨੰਬਰ ਪੰਜਾਬ ਦਾ ਸੀ। ਸਾਨੂੰ 25,000 ਕਰੋੜ ਰੁਪਈਆ ਉਤੋਂ ਹਰ ਸਾਲ ਵਾਪਸ ਆਉਂਦਾ ਸੀ। ਯਾਨੀ ਕਿ ਸਾਡੀ ਇਕਨੋਮੀ ਦੇ ਵਿੱਚ ਉਹ ਪੰਪ ਹੁੰਦਾ ਸੀਗਾ, ਤਾਂ ਉਹਦੇ ਨਾਲ ਸਾਡੀ ਇਕਨੋਮੀ ਬੂਸਟ ਹੁੰਦੀ ਸੀ। ਪਰ ਹੁਣ ਉਹ ਤਾਂ ਬੰਦ ਹੋ ਹੀ ਗਿਆ ਜਾਂ ਘਟ ਗਿਆ, ਤੁਸੀਂ ਐਂ ਕਹ ਲਓ ਵੀ ਘਟ ਗਿਆ। ਪਰ ਸਾਡਾ ਜਿਹੜਾ ਹੈਗਾ ਉਹ ਜ਼ਮੀਨਾਂ ਵਿਕ ਕੇ ਜਿਹੜੀਆਂ ਹੁਣ ਅਸੀਂ ਬੱਚਿਆਂ ਨੂੰ ਆਪਣਾ ਭੇਜਣ ਦੇ ਉੱਤੇ ਲੱਗੇ ਹੋਏ ਆ, ਉਹ ਇੱਕ ਬਹੁਤ ਸੀਰੀਅਸ ਕੰਸਰਨ ਹੈ, ਜਿਹਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ। ਗੱਲਾਂ ਸਿਰਫ ਇਹ ਹੋ ਰਹੀਆਂ ਕਿ ਇਹ ਜਿਹੜਾ ਸੈਸ਼ਨ ਸੀ ਉਹ ਵੈਸ ਸੀ ਕਿ ਨਹੀਂ ਵੈਸ ਸੀ, ਮਤਲਬ ਉਹ CM ਸਾਹਿਬ ਕੁਝ ਹੋਰ ਕਹਿ ਰਿਹਾ, ਗਵਰਨਰ ਸਾਹਿਬ ਕੁਝ ਹੋਰ ਕਹਿ ਰਿਹਾ। ਯਾਨੀ ਅਸੀਂ ਸਾਰੀ એનર્ਜੀ ਜਿੰਨੀ ਹੈਗੀ ਹੈ, ਜਿਹੜੀ ਕੰਮ ਕਰਨ ਦੇ ਉੱਤੇ ਲਗਾਉਣੀ ਚਾਹੀਦੀ ਸੀ ਸਾਨੂੰ, ਉਹ ਅਸੀਂ ਇਹਨਾਂ ਦੇ ਉੱਤੇ ਵੇਸਟ ਕਰੀ ਜਾ ਰਹੇ ਹਾਂ, ਜਿਹਦੇ ਕਰਕੇ ਸਾਨੂੰ ਇਹ ਜਿਹੜੇ ਹੈਗੇ ਆ, ਉਹ ਮੈਨੂੰ ਲੱਗਦਾ ਕਿ ਅਸੀਂ ਪਿਛੜਦੇ ਜਾ ਰਹੇ ਹਾਂ। ਭਾਸਕਰ ਸਾਹਿਬ, ਆਪਾਂ ਗੱਲ ਇੱਥੋਂ ਅੱਗੇ ਵਧਾ ਲਈਏ। ਤਹਿਸੀਲਦਾਰਾਂ ਔਰ MLA ਦੇ ਵਿੱਚ ਜਿਹੜਾ ਝਗੜਾ ਹੋਇਆ, ਤਹਿਸੀਲਦਾਰ ਤੇ MLA ਦੀ ਦੋਨਾਂ ਦੀ ਈਗੋ ਦੇ ਵਿੱਚੋਂ ਪੰਜਾਬ ਦਾ ਰੈਵਨਿਊ ਸਟਰਕ ਹੋ ਗਿਆ। ਹੁਣ ਜੇ ਕੱਲ ਦੇ ਦਿਨ ਦੀ ਸਟ੍ਰਾਈਕ ਦਾ ਮੈਂ ਜ਼ਿਕਰ ਦੇਖ ਰਿਹਾ ਵੀ ਇੱਕ ਦਿਨ 'ਚ ਕੋਈ 2800 ਤੋਂ ਵੱਧ ਰਜਿਸਟਰੀਆਂ ਰੁਕ ਗਈਆਂ ਔਰ 9 ਕਰੋੜ ਤੋਂ ਜ਼ਿਆਦਾ ਨੁਕਸਾਨ ਇੱਕ ਦਿਨ ਦੇ ਵਿੱਚ ਸਰਕਾਰੀ ਖਜ਼ਾਨੇ ਨੂੰ ਹੋਇਆ। ਹੁਣ ਇਹਦੇ ਵਿੱਚ ਤਹਿਸੀਲਦਾਰ ਜਿਹੜੇ ਮਾਲ ਅਫਸਰ, ਉਹ ਕਹਿੰਦੇ ਵੀ ਉਹ MLA ਰੋਪੜ ਵਾਲਾ ਮਾਫੀ ਮੰਗੇ, ਤੇ MLA ਦੀ ਈਗੋ ਵੀ ਵੱਡੀ ਆ। ਸੋ ਇਹ ਸਾਡੀਆਂ ਲੜਾਈਆਂ ਤਾਂ ਇੰਨੀਆਂ ਕਿ ਸੀਮਤ ਰਹਿ ਗਈਆਂ ਵੀ ਕਦੇ ਸਾਡੀਆਂ ਰੇਲਾਂ ਰੁਕ ਜਾਂਦੀਆਂ, ਰਾਹ ਰੋਕ ਲਓ, ਕਦੇ ਸੜਕ ਰੋਕ ਲਓ, ਕਦੇ ਟੋਲ ਪਲਾਜ਼ੇ ਰੋਕ ਲਓ, ਤੇ ਕਦੇ ਸਾਡੇ ਇੰਪਲਾਈ ਵੱਖ-ਵੱਖ ਮੌਕਿਆਂ ਦੇ ਉੱਤੇ ਸਟ੍ਰਾਈਕ ਕਰਕੇ ਬਹਿ ਜਾਂਦੇ ਆ। ਇਹ ਮਾਮਲੇ ਬਾਕੀ ਸਟੇਟਾਂ 'ਚ ਵੀ ਹੋਣਗੇ। ਸੋ ਭਾਸਕਰ ਸਾਹਿਬ, ਜਿਹੜਾ ਰੈਵਨਿਊ ਨਾ ਆ ਸਕਣਾ, ਮਾਲ ਅਫਸਰਾਂ ਦੀ ਸਟ੍ਰਾਈਕ, ਇਹਨੂੰ ਨਾਲ ਜੋੜ ਦਿਓ। ਬਿਲਕੁਲ, ਜਿੱਥੇ ਤੱਕ ਗੱਲ ਪੰਜਾਬ ਦੇ ਪਰ ਕੈਪੀਟਾ ਇਨਕਮ ਦੇ 18ਵੇਂ ਸਥਾਨ ਤੇ ਪਹੁੰਚਣ ਦੀ ਹੈ, ਇਹ ਜਰਨੀ ਸ਼ੁਰੂ ਹੋਈ ਸੀ 1981 ਦੇ ਵਿੱਚ। 1981 ਦੇ ਵਿੱਚ ਪੰਜਾਬ ਟੌਪ ਤੇ ਹੁੰਦਾ ਸੀਗਾ ਔਰ 1991 ਆਂਦੇ ਪੰਜਾਬ ਤੀਜੇ ਨੰਬਰ ਤੇ ਆ ਗਿਆ। ਫਿਰ ਉਸ ਤੋਂ ਬਾਅਦ 2020 ਦੀ ਗੱਲ ਕਰੀਏ ਜਾਂ 2011 ਦੀ ਵੀ ਗੱਲ ਕਰੀਏ, 2011 ਦੇ ਵਿੱਚ ਪੰਜਾਬ 10ਵੇਂ ਨੰਬਰ ਤੇ ਸੀਗਾ ਤੇ 2020-21 ਦੇ ਵਿੱਚ ਇਹ 16ਵੇਂ ਨੰਬਰ ਤੇ ਪਹੁੰਚ ਗਿਆ। ਹੁਣ 18ਵੇਂ ਦੀ ਗੱਲ ਚੱਲ ਰਹੀ ਹੈ। ਇਹਨਾਂ ਸਾਰੀ ਜਰਨੀ ਦੇ ਵਿੱਚ ਤੁਸੀਂ ਪੰਜਾਬ ਦੀ ਰੈਪੂਟੇਸ਼ਨ ਦੀ ਗੱਲ ਕਰੋ, ਜਿਹਦਾ ਕਈ ਵਾਰ ਕਹਿੰਦੇ ਨੇ ਕਈ ਚੀਜ਼ਾਂ, ਕਈ ਪ੍ਰੋਡਕਟ ਰੈਪੂਟੇਸ਼ਨ ਤੇ ਹੀ ਤੁਰੀ ਜਾਂਦੇ, ਪੰਜਾਬ ਦੀ ਰੈਪੂਟੇਸ਼ਨ ਤੇ ਹੀ ਤੁਰੀ ਜਾਂਦਾ ਹੈ। ਔਰ ਪੰਜਾਬ ਦੇ ਬਾਰੇ 'ਚ ਦੂਜੇ ਸੂਬਿਆਂ ਦੇ ਵਿੱਚ ਇਹੀ ਕਹੀ ਜਾਂਦਾ ਵੀ ਇੱਥੇ ਤੇ ਲੋਕਾਂ ਦਾ ਖਾਣਾ ਪੀਣਾ ਔਰ ਬੜਾ ਹੀ ਵਧੀਆ ਇੱਕ ਪਰ ਕੈਪੀਟਾ ਇਨਕਮ ਹੋਏਗੀ। ਪਰ ਅਸਲੀ ਆંકੜੇ ਨੇ, ਜਿਹੜਾ ਇਸ ਆંકੜੇ ਨੇ ਸਾਨੂੰ ਸਾਡਾ ਸ਼ੀਸ਼ਾ ਦਿਖਾਇਆ ਕਿ ਆਪਾਂ ਕਿੱਥੇ ਖੜੇ। ਹੁਣ ਬਿਹਾਰ ਸਭ ਤੋਂ ਆਖਿਰ ਸਥਾਨ ਦੇ ਵਿੱਚ ਹੈਗਾ
ਔਰ ਉਹਦੀ ਪਰ ਕੈਪੀਟਾ ਇਨਕਮ ਕਰੀਬ 50,000 ਰੁਪਏ ਹੈਗੀ ਹੈ। ਔਰ ਇਸ ਸਾਰੇ ਡਾਟੇ ਦੇ ਵਿੱਚ ਦਿੱਲੀ, ਗੋਆ ਉਹ ਉੱਤੇ ਹੈਗਾ। ਔਰ ਪਰ ਕੈਪੀਟਾ ਡੈਪਟ ਦੀ ਗੱਲ ਕਰੀਏ ਜਾਂ ਸਟੇਟ ਦੀ ਡੈਪਟ ਦੀ ਗੱਲ ਕਰੀਏ, ਭਾਵੇਂ ਤਮਿਲਨਾਡੂ 7.5 ਲੱਖ ਕਰੋੜ ਤੋਂ ਸਭ ਤੋਂ ਨੰਬਰ 1 ਤੇ ਹੈ, ਪਰ ਪੰਜਾਬ ਦਾ 3,05,000 ਕਰੋੜ ਦਾ ਕਰਜ਼ਾ ਉਹ ਆਪਣੇ ਆਪ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਪੂਰੇ ਦੇਸ਼ ਦੀ ਰਾਜਨੀਤੀ ਦੇ ਵਿੱਚ। ਹੁਣ ਦਿੱਲੀ ਦਾ ਸਿਰਫ 21.9 ਲੱਖ 9 ਕਰੋੜ ਹੀ ਹੈਗਾ। ਹੁਣ ਆਪਾਂ ਚੱਲਦੇ 21,900 ਕਰੋੜ ਜੀ, 21,900 ਕਰੋੜ ਹੈਗਾ। ਹੁਣ ਚੱਲਦੇ ਆਪਾਂ ਤਹਿਸੀਲਦਾਰਾਂ ਵਾਲੀ ਸਾਈਡ। ਤਹਿਸੀਲਦਾਰਾਂ ਵਾਲਾ ਜੋ ਕੁਝ ਐਪੀਸੋਡ ਰੋਪੜ ਦੇ ਵਿੱਚ ਹੋਇਆ ਸੀ, ਜਿੱਥੇ ਉੱਥੇ ਦੇ ਐਮਐਲਏ ਦਿਨੇਸ਼ ਚੱਡਾ ਉਹਨਾਂ ਇੱਕ ਤਹਿਸੀਲ ਦੇ ਦਫ਼ਤਰ ਵਿੱਚ ਪਹੁੰਚ ਕੇ ਕੁਝ ਰਜਿਸਟਰੀਆਂ ਲੈ ਕੇ ਚਲੇ ਜਾਂਦੇ ਨੇ ਤੇ ਕੁਝ ਆਬਜੈਕਸ਼ਨ ਵੀ ਹੁੰਦੇ ਨੇ, ਇਲਜ਼ਾਮ ਲੱਗਦੇ ਨੇ ਤਹਿਸੀਲਦਾਰ ਦੇ ਉੱਤੇ ਕਿ ਉਹ ਪੈਸੇ ਲੈ ਕੇ ਰਜਿਸਟਰੀ ਕਰਦੇ ਨੇ। ਸਾਰੀ ਗੱਲਾਂ ਦੇ ਵਿੱਚ ਜਿਸ ਤਰ੍ਹਾਂ ਕਿ ਤਹਿਸੀਲਦਾਰ ਉਹਨਾਂ ਪੈਨ ਡਾਊਨ ਸਟ੍ਰਾਈਕ ਤੇ ਚਲੇ ਗਏ ਸੀ, 26 ਤਰੀਕ ਦਾ ਐਲਾਨ ਕਰਦਾ, 26 ਤਰੀਕ ਤੱਕ ਅਗਰ ਵਿਧਾਇਕ ਮਾਫੀ ਨਾ ਮੰਗੇ, ਪਬਲਿਕ ਅਪੋਲੋਜੀ ਨਾ ਮੰਗੇ, ਤੇ ਫਿਰ 26 ਤਰੀਕ ਨੂੰ ਵਿਧਾਇਕ ਦਾ ਘਰ ਘੇਰ ਲਿਆ ਜਾਏਗਾ, ਪੁਤਲੇ ਸਾੜੇ ਜਾਣਗੇ। ਇਹਨਾਂ ਸਾਰੀ ਗੱਲਾਂ ਦੇ ਵਿੱਚ ਜਿਸ ਗੱਲ ਦਾ ਜ਼ਿਕਰ ਤੁਸੀਂ ਕੀਤਾ ਹੈ, ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪ੍ਰੋਟੈਸਟ ਦਾ ਟ੍ਰੈਂਡ ਵੱਧ ਰਿਹਾ ਹੈ, ਉਹਦੇ ਕਰਕੇ ਸਾਡੀ ਇੰਡਸਟਰੀ ਡਾਊਨ ਜਾ ਰਹੀ ਹੈ। ਬੜਾ ਚਿੰਤਾ ਦਾ ਵਿਸ਼ਾ ਹੈ। ਔਰ ਇਹਨਾਂ तमाम ਮੁੱਦਿਆਂ ਦੇ ਉੱਤੇ ਵਿਧਾਇਕ ਦਾ ਇੱਕ ਓਵਰਵੈਲਮਿੰਗਲੀ ਜਾ ਕੇ ਕਿਸੇ ਆਫਿਸ ਦੇ ਵਿੱਚ ਛਾਪੇ ਮਾਰਨਾ, ਇਹ ਕਿੱਥੇ ਤੱਕ ਵੈਲਿਡ ਹੈ? ਇਹ ਬਹਿਸਾਂ ਤੇ ਚੱਲਦੀ ਹੈ, ਪਰ ਸਰਕਾਰ ਇਸ ਮੁੱਦੇ ਤੇ ਕੀ ਡਿਸੀਜਨ ਲੈ ਰਹੀ ਹੈ, ਹੁਣ ਲੈਣ ਦੀ ਲੋੜ ਹੈ। 9 ਕਰੋੜ ਦਾ ਇੱਕ ਦਿਨ ਦੇ ਵਿੱਚ ਨੁਕਸਾਨ ਹੋ ਗਿਆ, ਕੱਲ ਅੱਜ ਦੂਜਾ ਦਿਨ ਹੈਗਾ, ਔਰ ਉਸ 9 ਕਰੋੜ ਦਾ ਨੁਕਸਾਨ ਰੈਵਨਿਊ ਦਾ ਉਹ ਆਪਾਂ ਕਿੱਥੋਂ ਭਰਾਂਗੇ? ਉਹ ਵੀ ਤਦ ਜਦ ਪੰਜਾਬ ਦੀ ਪਰ ਕੈਪੀਟਾ ਇਨਕਮ ਦਾ ਜ਼ਿਕਰ ਜਦ ਅਸੀਂ ਕਰ ਰਹੇ ਹਾਂ ਕਿ 18ਵੇਂ ਨੰਬਰ ਤੇ ਆ। ਸਥਿਤੀ ਸੁਧਾਰਨ ਵਾਸਤੇ ਹਰ ਪੱਖ ਨੂੰ ਅੱਗੇ ਵਧਣਾ ਪਏਗਾ, ਸਰਕਾਰਾਂ ਨੂੰ ਵੀ, ਲੋਕਾਂ ਨੂੰ ਵੀ ਔਰ ਅਫਸਰਾਂ ਨੂੰ। ਭਾਸਕਰ ਸਾਹਿਬ, ਮਾਮਲਾ ਦਿੱਲੀ ਦਾ ਭਾਵੇਂ ਪਰ ਬੜਾ ਨਾਲ ਜੁੜਦਾ ਹੋਇਆ ਮਾਮਲਾ ਹੈ। ਮਾਮਲਾ ਕੇਂਦਰ ਸਟੇਟ ਰਿਲੇਸ਼ਨਸ ਦਾ ਵੀ ਬਣ ਜਾਂਦਾ ਹੈ, ਲੇਕਿਨ ਮਾਮਲਾ ਸਟੇਟਾਂ ਦੀ ਮਿਸਮੈਨੇਜਮੈਂਟ ਦਾ ਵੀ ਹੁੰਦਾ ਹੈ। ਦਿੱਲੀ ਦੇ ਵਿੱਚ ਸਭ ਤੋਂ ਵੱਡਾ ਇਲਜ਼ਾਮ ਕੇਜਰੀਵਾਲ ਸਾਹਿਬ ਦੀ ਸਰਕਾਰ ਤੇ ਲੱਗਦਾ ਹੈ ਵੀ ਇਹ ਆਪਣੀ ਇਸ਼ਤਿਹਾਰਬਾਜ਼ੀ ਬੜੀ ਕਰਦੇ ਆ। ਸਰਕਾਰ ਦਿੱਲੀ 'ਚ ਚਲਾਉਣੀ ਔਰ ਦਿਖਾਉਣੀ ਸਾਰੇ ਦੇਸ਼ ਵਿੱਚ, ਸਾਰੇ ਟੀਵੀ ਚੈਨਲ ਔਰ ਅਖਬਾਰਾਂ ਨੂੰ ਇਸ਼ਤਿਹਾਰ ਦੇਣੇ। ਇਹ ਟ੍ਰੈਂਡ ਹੁਣ ਸਾਰਿਆਂ ਨੇ ਅਪਣਾ ਲਿਆ, ਲਗਭਗ ਪਹਿਲਾਂ ਵੀ ਹੋਊਗਾ, ਘੱਟ ਹੋਊਗਾ, ਪਰ ਹੁਣ ਦਿਸ ਜ਼ਿਆਦਾ ਰਿਹਾ। ਪੰਜਾਬ ਦੇ ਵਿੱਚ ਵੀ ਇਸ ਗੱਲ ਦਾ ਰੌਲਾ ਸੀ ਕਿ ਜੇ ਮੰਨ ਲਓ ਤੁਸੀਂ ਕੰਮ ਪੰਜਾਬ 'ਚ ਕੀਤਾ ਤੇ ਉਹਨੂੰ ਤਾਮਿਲਨਾਡੂ 'ਚ ਦਿਖਾਉਣ ਦੀ ਕੀ ਲੋੜ ਆ, ਗੁਜਰਾਤ 'ਚ ਦਿਖਾਉਣ ਦੀ ਕੀ ਲੋੜ ਆ। ਲੇਕਿਨ ਇਸ਼ਤਿਹਾਰਾਂ ਦੇ ਉੱਤੇ ਵੱਧਦਾ ਖਰਚ ਔਰ ਇਹਦੇ ਲਈ ਰੱਖੇ ਜਾਂਦੇ ਬਜਟ ਹੁਣ ਇੱਕ ਦੂਜੇ ਦੇ ਨਿਸ਼ਾਨੇ ਤੇ ਆ। ਪਰ ਜਦੋਂ ਇਹ ਮਾਮਲਾ ਕੋਰਟ ਕਚਹਿਰੀ 'ਚ ਪਹੁੰਚਦਾ ਔਰ ਉੱਥੋਂ ਐਡਰੈਸ ਹੁੰਦਾ, ਫਿਰ ਸਰਕਾਰਾਂ ਲਈ ਕਾਫੀ ਮੂੰਹ ਦਿਖਾਉਣਾ ਔਖਾ ਹੋ ਜਾਂਦਾ। ਮਾਮਲਾ ਸੀਗਾ ਇੱਕ ਪ੍ਰੋਜੈਕਟ ਦਾ ਜਿਹੜਾ ਸਾਂਝਾ ਹੈ 3-4 ਸਟੇਟਾਂ ਦੇ ਵਿੱਚ, ਔਰ ਉਹਦੇ ਵਿੱਚ ਦਿੱਲੀ ਆਪਣਾ ਹਿੱਸਾ ਨਹੀਂ ਸੀ ਪਾ ਰਿਹਾ। ਕੀ ਕਿਹਾ ਸੁਪਰੀਮ ਕੋਰਟ ਨੇ? 1100 ਕਰੋੜ ਦੇ ਕਿਹੜੇ ਮਾਮਲੇ ਨੇ? ਇਹ ਜ਼ਰੂਰ ਸਾਂਝ ਪਵਾ ਦਿਓ। ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਹਲਫਨਾਮਾ ਦਿੱਤਾ ਸੀ ਕਿ 415 ਕਰੋੜ ਉਹਨਾਂ ਦਾ ਰੀਜਨਲ ਰੈਪਿਡ ਟਰਾਂਸਪੋਰਟ ਸਿਸਟਮ ਵਾਸਤੇ ਜਿਹੜਾ ਦੇਣਾ ਬਣਦਾ ਹੈ, ਉਹ ਕਹਿੰਦੇ ਹੈ ਹੀ ਨਹੀਂ ਸਾਡੇ ਕੋਲ ਪੈਸੇ, ਆਪਾਂ ਦਈਏ ਕਿੱਥੇ। 3 ਜੁਲਾਈ ਨੂੰ ਜਸਟਿਸ ਐਸ.ਕੇ. ਕੌਲ ਉਹਨਾਂ ਨੇ ਦਿੱਲੀ ਸਰਕਾਰ ਨੂੰ ਆਰਡਰ ਕੀਤਾ ਸੀਗਾ ਕਿ ਤੁਸੀਂ ਆਪਣਾ ਐਡਵਰਟਾਈਜ਼ਮੈਂਟ ਦਾ ਜਾਂ ਆਪਣਾ ਟੋਟਲ ਬਜਟ ਜਿੱਥੇ ਜਿੱਥੇ ਤੁਸੀਂ ਖਰਚਦੇ ਹੋ ਉਹ ਸਾਨੂੰ ਦਿਓ। ਉਸ ਤੋਂ ਬਾਅਦ ਇਹ ਗੱਲ ਸਾਹਮਣੇ ਨਿਕਲ ਕੇ ਆਈ ਕਿ ਪਿਛਲੇ 3-4 ਸਾਲਾਂ ਦੇ ਵਿੱਚ 1100 ਕਰੋੜ ਰੁਪਏ ਤੋਂ ਵੱਧ ਐਡਵਰਟਾਈਜ਼ਮੈਂਟ ਦੇ ਉੱਤੇ ਦਿੱਲੀ ਸਰਕਾਰ ਨੇ ਖਰਚੇ, ਔਰ ਉਹਨਾਂ ਐਡਵਰਟਾਈਜ਼ਮੈਂਟ ਨੂੰ ਦੂਜੇ ਸੂਬਿਆਂ ਦੇ ਵਿੱਚ ਵੀ ਦਿੱਤਾ ਗਿਆ। ਇਹ ਗੱਲ ਪਹਿਲੇ ਹੀ ਸਾਹਮਣੇ ਆ ਚੁੱਕੀ ਸੀ। ਕੱਲ ਕੋਰਟ ਨੇ, ਯਾਨੀ ਜਸਟਿਸ ਐਸ.ਕੇ. ਕੌਲ ਸਾਹਿਬ ਨੇ, ਉਹਨਾਂ ਦੀ ਬੈਂਚ ਹੈ, ਉਹ ਹੈਡ ਕਰ ਰਹੇ ਨੇ, ਉਹਨਾਂ ਨੇ ਦਿੱਲੀ ਸਰਕਾਰ ਨੂੰ ਚੇਚੇ ਤੌਰ ਤੇ ਔਰ ਸਾਫ਼ ਤੌਰ ਤੇ ਆਰਡਰ ਕਰਤੇ ਕਿ ਇਹ 415 ਕਰੋੜ 2 ਮਹੀਨੇ ਦੇ ਅੰਦਰ ਅੰਦਰ ਦਿਓ, ਨਹੀਂ ਤੇ ਤੁਹਾਡਾ ਜਿਹੜਾ 1100 ਕਰੋੜ ਰੁਪਏ ਦਾ ਐਡਵਰਟਾਈਜ਼ਮੈਂਟ ਦਾ ਬਜਟ ਹੈ ਉਹਨੂੰ ਆਪਾਂ ਅਟੈਚ ਕਰ ਲਾਂਗੇ ਤੇ ਉਹਦੇ ਵਿੱਚੋਂ ਇਹ 415 ਕਰੋੜ ਰੁਪਏ ਦਿੱਤੇ ਜਾਣਗੇ। ਇਹ ਸਬਕ ਹੈਗਾ, ਇਹ ਲੈਸਨ ਹੈਗਾ ਉਹ तमाम ਸਰਕਾਰਾਂ ਵਾਸਤੇ, ਭਾਵੇਂ ਉਹ ਪੰਜਾਬ ਦੀ ਸਰਕਾਰ ਹੋਏ ਜਾਂ ਫਿਰ ਹੋਰ ਵੀ ਸੂਬਿਆਂ ਦੀ ਸਰਕਾਰਾਂ ਉੱਤੇ। ਜਦ ਤੁਸੀਂ ਐਡਵਰਟਾਈਜ਼ਮੈਂਟ ਦੇ ਉੱਤੇ ਇੰਨਾ ਵੱਡਾ ਬਜਟ ਰੱਖਦੇ ਹੋ ਔਰ ਉਹਦੇ ਵਿੱਚ ਡਿਵੈਲਪਮੈਂਟ ਪ੍ਰੋਜੈਕਟ ਦੇ ਵਿੱਚ ਤੁਸੀਂ ਜੇਬਾਂ ਕੱਢ ਕੇ ਦਿਖਾ ਦਿੰਦੇ ਹੋ ਸਾਡੀ ਤੇ ਜੇਬ ਹੀ ਖਾਲੀ ਹੈ, ਤੇ ਫਿਰ ਏਦਾਂ ਦੇ ਆਰਡਰ ਸੁਪਰੀਮ ਕੋਰਟ ਤੋਂ ਆ ਸਕਦੇ ਨੇ। ਇਹ ਬੜਾ ਇੱਕ ਵਧੀਆ ਆਰਡਰ ਹੈ, ਬੜਾ ਵਧੀਆ ਸਪਿਰਿਟ ਦੇ ਵਿੱਚ ਹੈਗਾ, ਔਰ ਇਹ ਸਰਕਾਰ, ਸਾਰੀ ਸਰਕਾਰਾਂ ਨੂੰ ਇਸ ਆਰਡਰ ਤੋਂ ਸਬਕ ਲੈਣਾ ਚਾਹੀਦਾ। ਇੰਦਰਪ੍ਰੀਤ ਜੀ, ਵੈਸੇ ਤਾਂ ਇਹ ਮਾਮਲਾ ਕੱਲ ਦਾ ਆਪਾਂ ਐਡਰੈਸ ਕਰ ਚੁੱਕੇ ਹਾਂ, ਪਰ ਮੈਂ ਜ਼ਰੂਰ ਤੁਹਾਡੇ ਤੋਂ ਸਮਝਣਾ ਚਾਹੁੰਦਾ ਹਾਂ ਕਿਉਂਕਿ ਸਿਆਸੀ ਘੇਰਿਆਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਹੀ ਰਹਿੰਦੀਆਂ ਨੇ। ਚੰਡੀਗੜ੍ਹ 'ਚ ਖਾਸ ਤੌਰ ਦੇ ਉੱਤੇ ਜਦੋਂ ਜਰਨਲਿਸਟ ਇੱਕ ਦੂਜੇ ਨਾਲ ਚੁੰਝ ਚਰਚਾ ਕਰਦੇ ਆ ਤਾਂ ਕਈ ਰੌਚਕ ਗੱਲਾਂ ਵੀ ਬਾਹਰ ਆਉਂਦੀਆਂ। ਕੱਲ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਦੇ ਪੇਸ਼ ਹੋਏ ਔਰ ਉਸ ਤੋਂ ਬਾਅਦ ਉਹਨਾਂ ਨੇ ਬੜਕ ਮਾਰੀ ਬਾਹਰ ਆ ਕੇ ਵੀ ਮੈਂ ਗੋਡੀ ਹੱਥ ਨਹੀਂ ਕਿਸੇ ਦੇ ਲਾਉਣ ਜਾਣਾ, ਮੈਂ ਰਾਤ ਦੇ ਹਨੇਰਿਆਂ 'ਚ ਨਹੀਂ ਜਾਣਾ। ਰਾਜਾ ਵੜਿੰਗ ਉਹਨਾਂ ਦੇ ਖਾਸ ਨਿਸ਼ਾਨੇ ਤੇ ਹੀ, ਹੁਣ ਭਾਵੇਂ
ਉਹਨਾਂ ਦੀ ਪਾਰਟੀ ਦੇ ਵਿੱਚ ਤਾਂ ਨਹੀਂ ਗਏ, ਵੱਖਰੀ ਵੱਖਰੀ ਪਾਰਟੀ ਆ, ਸ਼ਰੀਕਾਬਾਜ਼ੀ ਵੀ ਘਟ ਹੀ ਜਾਂਦੀ ਹੈ ਜਦੋਂ ਤੁਹਾਡੇ ਰਾਹ ਨਾਲ ਇੱਕ ਦੂਜੇ ਨਾਲ ਕੱਟਦੇ ਹੋਣ। ਮੈਨੂੰ ਦੱਸਿਓ ਜ਼ਰਾ, ਮਨਪ੍ਰੀਤ ਬਾਦਲ ਦੀ ਕੱਲ ਵਾਲੀ ਜਿਹੜੀ ਉਹਨਾਂ ਦੀ ਬੋਡੀ ਲੈਂਗੁਏਜ ਸੀ, ਉਹਨਾਂ ਦਾ ਜਿਹੜਾ ਉਹ ਲਬੋ ਲਬਾਬ ਸੀ, ਉਹ ਕੀ ਦਰਸਾਉਂਦਾ ਹੈ? ਤੁਸੀਂ ਕੀ ਸਮਝਿਆ ਸਾਰੇ ਮਾਮਲੇ ਨੂੰ? ਕਿਉਂਕਿ ਕੱਲ 4-5 ਘੰਟੇ ਉਹ ਵਿਜੀਲੈਂਸ ਕੋਲ ਬਿਤਾ ਕੇ ਆਏ, ਜਦੋਂ ਜਾ ਰਹੇ ਸੀ ਉਦੋਂ ਤਾਂ ਉਹਨਾਂ ਦੇ ਨਾਲ ਵਕੀਲਾਂ ਦਾ ਇੱਕ ਔਰ ਲੋਕਾਂ ਦੇ ਸਮਰਥਕਾਂ ਦਾ ਕਾਫੀ ਜਮਘਟਾ ਸੀ। ਪਤਾ ਲੱਗਿਆ ਅੰਦਰ ਜਾਣ ਤੋਂ ਪਹਿਲਾਂ ਫੋਨ ਵੀ ਲੈ ਲਿਆ, ਵਕੀਲ ਵੀ ਰੋਕ ਲਏ, ਇਕੱਲੇ ਜਾਣਾ ਪਿਆ ਫਾਈਲ ਨਾਲ ਲੈ ਕੇ। ਵਾਪਸੀ ਤੇ ਉਹ ਕਾਫੀ ਖਿਜੇ ਹੋਏ ਸੀ ਭਗਵੰਤ ਮਾਨ ਤੇ। ਕਦੇ ਭਗਵੰਤ ਮਾਨ ਨੂੰ ਪੋਲਿਟਿਕਸ ਵਿੱਚ ਲਿਆਉਣ ਵਾਲੇ ਵਿਅਕਤੀ ਨੂੰ ਅੱਜ ਉਹਦੇ ਨਾਲ ਦੋ ਚਾਰ ਹੋਣਾ ਪੈ ਰਿਹਾ। ਬਿਲਕੁਲ ਕਿਸੇ ਟਾਈਮ ਭਗਵੰਤ ਮਾਨ ਹੋਣਾ ਨੂੰ ਪੋਲਿਟਿਕਸ 'ਚ ਇਹੀ ਲੈ ਕੇ ਆਏ ਸੀਗੇ। ਮੈਨੂੰ ਯਾਦ ਹੈ, ਔਰ ਰਜਿੰਦਰ ਕੌਰ ਭੱਠਲ ਦੇ ਖਿਲਾਫ ਜਦੋਂ ਉਹਨਾਂ ਨੇ ਖੜਾ ਕੀਤਾ ਸੀ ਉਹਨਾਂ ਨੂੰ, ਤਾਂ ਉਸ ਤੋਂ ਪਹਿਲਾਂ ਕਿਸੇ ਹੋਰ ਸੀਟ ਤੇ ਉਹਨਾਂ ਨੂੰ ਖੜਾ ਕਰਨ ਦੀ ਕੋਸ਼ਿਸ਼ਾਂ ਸੀ, ਪਰ ਭਗਵੰਤ ਮਾਨ ਹੋਣਾ ਨੇ ਖੁਦ ਆਫਰ ਕਰਕੇ ਇਹ ਸੀਟ ਲਿੱਤੀ ਸੀ ਕਿ ਨਹੀਂ ਵੀ ਜੇ ਗੁਲੇਲ ਤੁਸੀਂ ਮੈਨੂੰ ਗੁਲੇਲ ਬਣਾ ਹੀ ਲਿਆ ਤੇ ਉਹਦੇ ਨਾਲ ਛੋਟੇ ਛੋਟੀਆਂ ਚਿੜੀਆਂ ਕਿਉਂ ਮਾਰ ਰਹੀਆਂ, ਵੱਡੀਆਂ ਜਿਹੜੀਆਂ ਇੱਲਾਂ ਨੇ ਉਹਨਾਂ ਨੂੰ ਕਿਉਂ ਨਾ ਫੁੰਡਿਆ ਜਾਏ। ਤਾਂ ਉਹਨਾਂ ਦੀ ਮਤਲਬ ਜਿਹੜੀ ਉਹਨਾਂ ਦਾ ਸੰਕੇਤ ਸੀਗਾ ਉਹ ਬੀਬੀ ਰਜਿੰਦਰ ਕੌਰ ਭੱਠਲ ਉਹਨਾਂ ਵੱਲ ਸੀਗਾ ਵੀ ਮੈਂ ਉਹਨਾਂ ਦੇ ਖਿਲਾਫ ਲੜੂੰਗਾ, ਚਾਹੇ ਜਿੱਤਾਂ ਚਾਹੇ ਹਾਰਾਂ, ਲੇਕਿਨ ਲੜੂੰਗਾ ਉਹਨਾਂ ਦੇ ਖਿਲਾਫ। ਸੋ ਇਹ ਠੀਕ ਗੱਲ ਹੈ ਕਿ ਉਹਨਾਂ ਨੂੰ ਲੈ ਕੇ ਉਹੀ ਆਏ ਸੀਗੇ। ਬਾਅਦ ਚੋਂ ਆਮ ਆਦਮੀ ਪਾਰਟੀ 'ਚ ਚਲੇ ਗਏ ਤੇ ਮਨਪ੍ਰੀਤ ਨੇ ਆਪਣੀ ਪਾਰਟੀ ਡਿਸੋਲਵ ਕਰਕੇ ਜਿਹੜਾ ਹੈਗਾ ਉਹ ਕਾਂਗਰਸ 'ਚ ਸ਼ਾਮਲ ਹੋ ਗਏ। ਹੁਣ ਸਵਾਲ ਹੈਗਾ ਕੱਲ ਵਾਲੇ ਇਸ਼ੂ ਦਾ। ਦੇਖੋ ਇਹ ਇਸ਼ੂ ਵੀ ਮਨਪ੍ਰੀਤ ਬਾਦਲ ਨੇ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕੱਲ ਦੇ ਉਹਦੇ ਵਿੱਚ। ਸਾਰੇ ਉਹ ਵਕੀਲਾਂ ਦੀ ਇੱਕ ਪੂਰੀ ਟੀਮ ਲੈ ਕੇ ਗਏ ਸੀ। ਮੇਰੀ ਵੀ ਉਹਨਾਂ ਦੇ ਇੱਕ ਵਕੀਲ ਨਾਲ ਗੱਲ ਹੋਈ ਸੀ ਜਦੋਂ ਉਹ ਜਾ ਰਹੇ ਸੀ, ਤਾਂ ਉਹ ਕਹਿ ਵੀ ਹਜੇ ਅਸੀਂ ਅੰਦਰ ਨਹੀਂ ਗਏ, ਜਦੋਂ ਬਾਹਰ ਆਵਾਂਗੇ ਫਿਰ ਦੱਸਾਂਗੇ। ਲੇਕਿਨ ਉਹਨਾਂ ਨੂੰ ਜਾਣ ਹੀ ਨਹੀਂ ਦਿੱਤਾ ਵਕੀਲਾਂ ਨੂੰ ਤਾਂ, ਔਰ ਸਾਰਾ ਕੁਝ ਇਹਨਾਂ ਦਾ ਵੀ ਵਾਪਿਸ ਲੈ ਲਿਆ। ਤਾਂ ਇਸ ਕਰਕੇ ਉਹ ਜ਼ਿਆਦਾ ਖਿੱਚ ਗਏ। ਉਹਨਾਂ ਨੇ ਜਿਹੜਾ ਆ ਕੇ ਸਪਸ਼ਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਇਹ ਕੀਤੀ ਹੈ ਵੀ ਇੱਕ ਤਾਂ ਇਹ ਮਾਮਲਾ ਜਿਹੜਾ ਹੈਗਾ 2012 ਦਾ ਹੈ, ਜਦੋਂ ਉਹ PPP 'ਚ ਸੀਗੇ, ਉਹਨਾਂ ਦਾ ਤਾਂ ਕੋਈ ਸੰਬੰਧ ਹੀ ਨਹੀਂ ਇਹਦੇ ਨਾਲ। ਤੇ ਜਿਹੜਾ ਕੰਪਲੇਨੈਂਟ ਹੈ, ਸ਼ਿਕਾਇਤ ਕਰਤਾ ਹੈ, ਉਹੀ ਉਸ ਟਾਈਮ ਜਿਹੜਾ ਹੈਗਾ MLA ਸੀ ਬਠਿੰਡੇ ਦਾ, ਤੇ ਅੱਜ ਉਹੀ ਮੇਰੇ ਖਿਲਾਫ ਲਗਾ ਰਿਹਾ ਤੇ ਕਹਿੰਦੇ ਜਦੋਂ ਮੈਂ ਮੰਤਰੀ ਨਹੀਂ ਸੀ ਤੇ ਮੈਂ ਕਿਵੇਂ ਕਰ ਸਕਦਾ ਸੀ ਇਹ ਚੀਜ਼ਾਂ। ਤੇ ਦੂਜੀ ਗੱਲ, ਉਹਨਾਂ ਨੇ ਕਿਹਾ 2 ਵਾਰ ਇਹ ਆਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਕਿ ਦੋਨੋਂ ਵਾਰ ਮਤਲਬ ਇਹਦੇ ਲਈ ਕੋਈ ਨਹੀਂ ਆਇਆ, ਇਹਨੂੰ ਨਹੀਂ ਲਿੱਤਾ ਕਿਸੇ ਨੇ, ਤੇ ਮੇਰਾ ਉਸ 'ਚ ਕੋਈ ਰੋਲ ਨਹੀਂ ਸੀ ਕਿਉਂਕਿ ਮੈਂ ਉੱਥੇ ਕੋਈ ਮੰਤਰੀ ਨਹੀਂ ਸੀ। ਤੀਸਰੀ ਗੱਲ ਜਿਹੜੀ ਉਹਨਾਂ ਨੇ ਕੀਤੀ ਵੀ ਜਦੋਂ ਇਹਦੀ ਆਕਸ਼ਨ ਹੋਈ ਹੈ ਤਾਂ ਮੈਂ ਆਕਸ਼ਨ 'ਚ ਹੀ ਮਤਲਬ ਲਿੱਤਾ ਹੈ, ਮਤਲਬ ਖੁੱਲੀ ਆਕਸ਼ਨ 'ਚ ਲਿੱਤਾ ਮੈਂ, ਇਹਦਾ ਸਭ ਦੇ ਸਾਹਮਣੇ ਹੀ ਹੈ। ਇੱਕ ਜਿਹੜੀ ਚੀਜ਼ ਉਹਨਾਂ ਨੇ ਹੋਰ ਕਹੀ ਕਿ ਇਹੀ ਕੰਪਲੇਂਟ ਸੇਮ ਲੋਕਪਾਲ ਦੇ ਉੱਤੇ ਵੀ ਹੋਈ ਹੈ, ਲੋਕਪਾਲ 'ਚ ਵੀ ਸੀਗੀ ਤੇ ਲੋਕਪਾਲ ਨੇ ਸਤੰਬਰ 2022 ਦੇ ਵਿੱਚ ਇਹਨੂੰ ਫਾਈਲ ਕਰਤਾ, ਯਾਨੀ ਕਿ ਖਾਰਜ ਕਰਤੀ ਹੈ ਇਹ। ਤਾਂ ਹੁਣ ਉਸੇ ਕੇਸ ਨੂੰ ਭਗਵੰਤ ਮਾਨ ਹੋਰਾਂ ਨੇ ਆਪਣੇ ਵਿਜੀਲੈਂਸ ਰਾਹੀਂ ਚੁੱਕ ਲਿਆ। ਤਾਂ ਉਹਨਾਂ ਦਾ ਵਾਰ ਉਸ ਤੇ ਹੀ ਸੀ ਐਕਚੁਅਲੀ। ਤਾਂ ਜ਼ਿਆਦਾ ਕੱਲ ਉਹਨਾਂ ਨੇ ਭਗਵੰਤ ਮਾਨ ਹੋਰਾਂ ਨੂੰ ਹੀ ਆਪਣਾ ਉਹ ਬਣਾਇਆ ਕਿ ਉਹ ਮੈਨੂੰ ਵਿਜੀਲੈਂਸ ਦੇ ਰਾਹੀਂ ਡਰਾਉਣ ਦੀ ਕੋਸ਼ਿਸ਼ ਨਾ ਕਰਨ। ਨਾ ਮੈਂ ਵਿਜੀਲੈਂਸ ਤੋਂ ਉਹਨਾਂ ਦੀ ਵਿਜੀਲੈਂਸ ਤੋਂ ਡਰਦਾ ਤੇ ਨਾ ਭਗਵੰਤ ਮਾਨ ਹੋਰਾਂ ਤੋਂ ਡਰਦਾ। ਠੀਕ ਹੈ, ਜਦੋਂ ਵੀ ਜਿਹੜੇ ਵੀ ਪੋਲੀਟੀਸ਼ੀਅਨ ਅੰਦਰ ਜਾ ਕੇ ਵਿਜੀਲੈਂਸ ਦੇ ਦਫ਼ਤਰਾਂ 'ਚ ਫਿਰ ਬਾਹਰ ਆਉਂਦੇ ਆ, ਇਸੇ ਤਰ੍ਹਾਂ ਦੀ ਉਹੀ ਉਹਨਾਂ ਦੀ ਲੈਂਗੁਏਜ ਹੁੰਦੀ ਹੈ। ਪਰ ਮੈਨੂੰ ਲੱਗਦਾ ਤਾਂ ਹੈ ਕਿ ਉਹਨਾਂ ਦੀਆਂ ਮੁਸ਼ਕਿਲਾਂ ਅੱਗੇ ਵਧਣਗੀਆਂ, ਕਿਉਂਕਿ ਆਮ ਆਦਮੀ ਪਾਰਟੀ ਖਾਸ ਤੌਰ ਤੇ ਜਿਹੜਾ ਜੋ ਮੈਂ ਹੁਣ ਤੱਕ ਦੇਖਿਆ ਹੈ, ਜੋ ਮੈਂ ਸਮਝਿਆ ਹੈ, ਉਹ ਉਹਨਾਂ ਵਿਅਕਤੀਆਂ ਨੂੰ ਟਾਰਗੇਟ ਜ਼ਰੂਰ ਕਰ ਰਹੀ ਹੈ ਜਿਹੜੇ ਵਿਅਕਤੀ ਲੋਕ ਸਭਾ ਇਲੈਕਸ਼ਨ 'ਚ ਲੜਨ ਦੇ ਲਈ ਤਿਆਰ ਬਰ ਤਿਆਰ ਨੇ। ਜੇ ਤੁਸੀਂ ਚਾਹੇ ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ ਦੇਖੋ, ਚਾਹੇ ਸੋਨੀ ਹੋਰਾਂ ਨੂੰ ਦੇਖੋ, ਚਾਹੇ ਚਰਨਜੀਤ ਚੰਨੀ ਹੋਰਾਂ ਨੂੰ ਦੇਖੋ, ਮਨਪ੍ਰੀਤ ਬਾਦਲ ਹੋਰਾਂ ਨੂੰ ਦੇਖੋ, ਇਸ ਤਰ੍ਹਾਂ ਦੇ ਬਹੁਤ ਸਾਰੀ ਫੇਰਿਸਤ ਤੁਹਾਨੂੰ ਲੰਬੀ ਮਿਲੇਗੀ ਜਿਹੜੀ ਇਹ ਇੰਡੀਕੇਟ ਕਰਦੀ ਹੈ ਵੀ ਇਹਨਾਂ ਦੀ ਤਾਂ ਛਵੀ ਸਾਰੀ ਪਹਿਲਾਂ ਖਰਾਬ ਕਰੋ, ਉਸ ਤੋਂ ਬਾਅਦ ਇਹ ਅਗਰ ਲੜਨਗੇ ਵੀ ਤਾਂ ਇਹਨੂੰ ਅਸੀਂ ਆਸਾਨੀ ਨਾਲ ਢਾਹ ਲਾਂਗੇ। ਹਾਂ, ਹੁਣ ਤੁਸੀਂ ਬਿਲਕੁਲ ਟਿਕਾਣੇ ਸੱਟ ਮਾਰੀ ਆ ਵੀ ਅਗਲੇ ਚੁਣ ਕੇ ਨਿਸ਼ਾਨਾ ਲਾ ਰਹੇ ਆ। ਪਰ ਤੁਸੀਂ ਉਹ ਇੱਕ ਗੱਲ ਜਿਹੜੀ ਕਰ ਆਏ ਨਾ ਜੀ ਪਿੱਛੇ, ਚਿੜੀਆਂ ਵਾਲੀ ਇੱਲਾਂ ਵਾਲੀ, ਮੈਨੂੰ ਲੱਗਦਾ ਜੇ ਤੇ ਭਗਵੰਤ ਮਾਨ ਨੇ ਕਹੀ ਤਾਂ ਠੀਕ ਹੈ, ਨਹੀਂ ਤੇ ਅਸੀਂ ਉਹ ਸ਼ਬਦ ਵਾਪਸ ਲੈਨੇ ਆ। ਅਸੀਂ ਬੀਬੀ ਰਜਿੰਦਰ ਕੌਰ ਨਾਲ ਇਹ ਮੈਨੂੰ ਹੀ ਕਹੀ ਹੋਈ ਹੈ, ਮੈਂ ਚਸ਼ਮਦੀਦ ਗਵਾਹ ਉਹਦਾ। ਅੱਛਾ, ਉਹਨਾਂ ਦਾ ਮਤਲਬ ਸੀ ਕਿ ਕਿਸੇ ਮਤਲਬ ਛੋਟੇ ਮੋਟੇ ਲੀਡਰ ਦੇ ਅੱਗੇ ਮੈਨੂੰ ਕਿਉਂ ਖੜਾ ਕਰ ਰਹੇ ਹੋ, ਮੈਨੂੰ ਕਿਸੇ ਵੱਡੇ ਤਾਕਤਵਰ ਲੀਡਰ ਦੇ ਅੱਗੇ ਖੜਾ ਕਰੋ। ਹੁਣ ਮਤਲਬ ਇੱਕ ਤਾਕਤ ਲੈਣ ਲਈ ਤਾਕਤ ਨਾਲ ਭਿੜਨਾ ਪੈਂਦਾ ਤੇ ਭਗਵੰਤ ਮਾਨ ਨੇ ਇਦਾਂ ਹੀ ਕੀਤਾ ਹੈ। ਖੈਰ ਭਾਸਕਰ ਸਾਹਿਬ, ਇਹਦੇ ਉੱਤੇ ਬਹੁਤ ਲੰਬੇ ਨਾ ਜਾਇਓ, ਆਪਣੇ ਕੋਲ ਕਾਫੀ ਘੱਟ ਸਮਾਂ ਬਚਿਆ। ਮੈਂ ਤੁਹਾਡੇ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਉਹ ਮਾਮਲਾ ਲੈ ਕੇ ਜਾਣਾ ਹੈ।
ਜਿਹਦੇ ਵਿੱਚ ਡਿਸਟੈਂਸ ਐਜੂਕੇਸ਼ਨ ਤਹਿਤ ਕੋਈ ਫੀਸ ਨਹੀਂ ਜਮ੍ਹਾਂ ਕਰਾਈ, ਇੱਕ ਅਖਬਾਰ ਦੇ ਵਿੱਚ ਰਿਪੋਰਟ ਪ੍ਰਕਾਸ਼ਿਤ ਹੋਈ ਆ। ਇਹਦੇ ਨਾਲ ਸਾਂਝ ਪਵਾ ਦਿਓ, ਪਹਿਲੀ ਦੇ ਉੱਤੇ ਬੜੇ ਸੰਖੇਪ ਚ ਰਿਓ। ਜਿੱਥੇ ਤੱਕ ਗੱਲ ਮਨਪ੍ਰੀਤ ਬਾਦਲ ਦੀ ਹੈਗੀ ਹੈ, ਠੀਕ ਹੈ, ਗੱਲ ਭਗਵੰਤ ਮਾਨ ਉਹਨਾਂ ਨੂੰ ਜੁਗਨੂ ਤੋਂ ਹੁਣ ਭਗਵੰਤ ਮਾਨ ਬਣਾਇਆ, ਉਹ ਆਪਣੇ ਆਪ ਵਿੱਚ ਮਨਪ੍ਰੀਤ ਬਾਦਲ ਨੇ ਬਣਾਇਆ ਸੀ ਜੋ ਪੋਲਿਟਿਕਸ ਦੇ ਵਿੱਚ ਲਿਆ ਕੇ, ਤੇ ਹੁਣ ਉਸ ਤੋਂ ਬਾਅਦ ਜਿਹੜੀ ਸ਼ਰੀਕੇਬਾਜ਼ੀ ਚੱਲ ਰਹੀ ਹੈ ਉਹਦਾ ਵੀ ਜ਼ਿਕਰ ਕੱਲ ਮਨਪ੍ਰੀਤ ਬਾਦਲ ਦੇ ਚਿਹਰੇ ਦੇ ਉੱਤੇ ਸਾਫ਼ ਨਜ਼ਰ ਆਇਆ। ਹੁਣ ਅੱਗੇ ਚੱਲ ਕੇ ਕਿਉਂਕਿ ਵਿਜੀਲੈਂਸ ਨੇ ਵੀ ਨਾਲ ਦੇ ਨਾਲ ਇਹ ਕਹਿਤਾ ਵੀ ਅਸੀਂ ਮਨਪ੍ਰੀਤ ਬਾਦਲ ਉਹਨਾਂ ਦੇ ਜਵਾਬਾਂ ਤੋਂ ਸੈਟੀਸਫਾਈਡ ਨਹੀਂ ਆ, ਯਾਨੀ ਇਹ ਗੱਲ ਤੈਅ ਵੇ ਕਿ ਅਗਲੀ ਡੇਟ ਤੇ ਵੀ ਹੁਣ ਉਹਨਾਂ ਨੂੰ ਬੁਲਾਇਆ ਜਾਏਗਾ। ਉਸ ਤੋਂ ਬਾਅਦ ਅੱਗੇ ਕੀ ਕਾਰਵਾਈ ਹੁੰਦੀ ਉਹਦੇ ਬਾਰੇ ਤੇ ਅਸੀਂ ਕੋਈ ਪ੍ਰੈਡਿਕਸ਼ਨ ਨਹੀਂ ਕਰ ਸਕਦੇ, ਪਰ ਹਾਂ ਕੱਲ ਮਨਪ੍ਰੀਤ ਬਾਦਲ ਉਹਨਾਂ ਦਾ ਉੱਥੇ ਜਾਣ ਤੋਂ ਬਾਅਦ ਭਗਵੰਤ ਮਾਨ ਉਹਨਾਂ ਦੇ ਬਾਰੇ 'ਚ ਕੁਝ ਕਹਿਣਾ, ਇਹ ਆਪਣੇ ਆਪ ਵਿੱਚ ਇੰਡੀਕੇਟ ਕਰਦਾ ਹੈ ਕਿ ਕਿਸੇ ਨਾ ਕਿਸੇ ਜਗ੍ਹਾ ਦਰਦ ਤੇ ਹੈ। ਜਿਹੜੇ ਕਦੀ ਸਾਡੇ ਸ਼ਾਗਿਰਦ ਹੁੰਦੇ ਸੀਗੇ ਹੁਣ ਉਹ ਉੱਤੇ ਹੋ ਗਏ, ਉਹਨਾਂ ਦੇ ਨਾਲ ਹੀ ਸ਼ਰੀਕੇਬਾਜ਼ੀ ਪੈ ਗਈ। ਇਹ ਦਰਦ ਬਹੁਤ ਸਾਰੇ ਲੋਕਾਂ ਦੇ ਵਿੱਚ ਹੈ। ਔਰ ਜਿਹੜੀ ਗੱਲ ਇੰਦਰਪ੍ਰੀਤ ਉਹਨਾਂ ਨੇ ਵੀ ਕਹੀ ਹੈ ਕਿ ਜਿਹੜੇ MP ਦੇ ਇਲੈਕਸ਼ਨ ਲੜਨ ਦੇ ਇੱਛੁਕ ਹੈ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਹੁਣ ਜਦ ਕਹਿੰਦੇ ਆ ਸਰਕਾਰ ਟਾਰਗੇਟ ਕਰ ਰਹੀ ਹੈ ਜਾਂ ਵਿਜੀਲੈਂਸ ਟਾਰਗੇਟ ਕਰ ਰਹੀ ਹੈ, ਇਹ ਸਿਨੋਨਿਮਸ ਹੀ ਹੁੰਦਾ। ਹੁਣ ਗੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਰੀਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੁਝ ਟਾਈਮ ਤੋਂ ਬੜਾ ਘਮਾਸਾਨ ਜਿਹਾ ਚੱਲ ਰਿਹਾ, ਔਰ ਵੀ ਖਾਸ ਕਰਕੇ ਡਿਸਟੈਂਸ ਐਜੂਕੇਸ਼ਨ ਦੇ ਮਾਮਲੇ ਨੂੰ ਲੈ ਕੇ। ਡਿਸਟੈਂਸ ਐਜੂਕੇਸ਼ਨ ਦੀ ਅਪਰੂਵਲ UGC ਤੋਂ ਲੈਣੀ ਹੁੰਦੀ ਹੈ, ਉਹ ਅਪਰੂਵਲ ਨਹੀਂ ਲਿੱਤੀ ਗਈ ਸੀ। ਔਰ ਹੁਣ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਸਤਨਾਮ ਸਿੰਘ ਸੰਧੂ ਨਾਮ ਦੇ ਹੈੱਡ ਆਫ ਦੀ ਡਿਪਾਰਟਮੈਂਟ, ਉਹਨਾਂ ਨੂੰ ਸਸਪੈਂਡ ਕਰਤਾ, ਔਰ ਇੱਕ ਕਲਰਕ ਸੁਖਵਿੰਦਰ ਸਿੰਘ, ਇਸ ਕਰਕੇ ਕਿ ਤੁਸੀਂ UGC ਨੂੰ ਬਣਦੀ ਫੀਸ ਟਾਈਮਲੀ ਨਹੀਂ ਭੇਜੀ ਜਿਹੜੀ ਭੇਜਣੀ ਚਾਹੀਦੀ ਸੀ, ਜਿਹਦੇ ਕਰਕੇ 15,000 ਜਿਹੜੇ ਡਿਸਟੈਂਸ ਐਜੂਕੇਸ਼ਨ ਦੇ ਸਟੂਡੈਂਟਸ ਹੈ ਉਹਨਾਂ ਦਾ ਭਵਿੱਖ ਖਤਰੇ 'ਚ ਹੈ। ਭਵਿੱਖ ਤੇ ਉਦਾਂ ਵੀ ਖਤਰੇ ਸੀਗਾ ਕਿਉਂਕਿ ਇਹਨਾਂ ਨੇ ਪਿੱਛੇ ਅਪਰੂਵਲ ਲਿੱਤੀ ਨਹੀਂ ਸੀ। ਹੋਰ ਵੀ ਤਮਾਮ ਪੰਜਾਬੀ ਯੂਨੀਵਰਸਿਟੀ ਦੇ ਉਹ ਮਾਮਲੇ ਉਹ ਹੁਣ ਉਜਾਗਰ ਹੋ ਰਹੇ ਆ, ਜਿਸ ਤਰੀਕੇ ਨਾਲ ਅੰਦਰ ਇੱਕ ਵਿੰਗ ਬਣੇ ਹੋਏ ਨੇ, ਇੱਕ ਗਰੁੱਪ ਬਣੇ ਹੋਏ ਨੇ ਜਿਹੜੇ ਆਪਸ ਵਿੱਚ ਟਕਰਾਉਂਦੇ ਨੇ। ਇਹਦੇ ਨਾਲ ਦੇ ਨਾਲ ਇੱਕ ਹੋਰ ਮਾਮਲਾ ਵੀ ਉਜਾਗਰ ਹੋਇਆ ਜਿਹਦੇ ਵਿੱਚ ਸੋਸ਼ਲ ਵੈਲਫੇਅਰ ਔਰ ਚਾਈਲਡ ਡਿਵੈਲਪਮੈਂਟ ਜਿਹੜਾ ਡਿਪਾਰਟਮੈਂਟ ਹੈਗਾ ਉਹਦੇ ਵਿੱਚ 943 EMPLOYEE ਦੀ ਤਨਖਾਹ ਜੂਨ ਦੇ ਮਹੀਨੇ ਦੇ ਵਿੱਚ ਨਹੀਂ ਦਿੱਤੀ, ਔਰ ਇਸ ਕਰਕੇ ਨਹੀਂ ਦਿੱਤੀ ਕਿ 25% ਜਿਹੜੀ ਸੈਂਟਰਲ ਦੀ ਗ੍ਰਾਂਟ ਆਉਂਦੀ ਹੈ ਉਹ ਆਣੀ ਬੰਦ ਹੋ ਗਈ। ਹਾਲਾਂਕਿ ਐਡੀਸ਼ਨਲ ਚੀਫ ਸੈਕਟਰੀ ਰਾਜੀਵ P ਸ਼੍ਰੀਵਾਸਤਵਾ ਨੇ ਇਹ ਜ਼ਰੂਰ ਕਿਹਾ ਕਿ 2-3 ਦਿਨਾਂ ਦੇ ਵਿੱਚ ਅਸੀਂ ਤਨਖਾਹ ਦੇ ਦਾਂਗੇ। ਇੱਦਾਂ ਦੇ ਕਈ ਡਿਪਾਰਟਮੈਂਟ ਹੈਗੇ ਆ ਜਿਹਦੇ ਵਿੱਚ ਤਨਖਾਹ ਹਜੇ ਤੱਕ ਪਿਛਲੇ ਮਹੀਨੇ ਦੀ ਵੀ ਨਹੀਂ ਮਿਲੀ, ਪਰ ਚਲੋ ਉਮੀਦ ਹੈ ਕਿ ਮਿਲ ਜਾਏਗੀ ਕਿਉਂਕਿ ਹੁਣ ਗੱਲ ਉੱਚੇ ਲੈਵਲ ਤੇ ਪਹੁੰਚ ਗਈ। ਸਵੇਰੇ ਹੋਣ ਕਰਕੇ ਸਾਡੀ ਗੱਲ ਨਹੀਂ ਹੋ ਸਕੀ, ਅਸੀਂ ਖਬਰ ਦੇ ਆਧਾਰ ਤੇ ਇਸ ਖਬਰ ਨੂੰ ਅੱਗੇ ਵਧਾ ਰਹੇ ਹਾਂ। ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹਣ ਤੇ ਵੈਲਕਮ। ਉਂਝ ਅਸੀਂ ਦਿਨ ਵੇਲੇ ਯਤਨ ਕਰਾਂਗੇ ਕਿ ਯੂਨੀਵਰਸਿਟੀ ਦੇ ਬੁਲਾਰੇ ਨਾਲ, ਉਹਨਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕਰੀਏ। ਦਲਜੀਤ ਅਮੀ ਨੂੰ ਅਧਿਕਾਰਤਾ ਕੀਤਾ ਗਿਆ, ਯਤਨ ਕਰਾਂਗੇ ਜੇ ਉਹ ਕੋਈ ਜਾਣਕਾਰੀ ਦੇ ਸਕਣ। ਇੰਦਰਪ੍ਰੀਤ ਜੀ, ਇਸ ਸਵਾਲ ਨੂੰ ਜੇ ਤੁਸੀਂ ਅੱਗੇ ਵਧਾਉਣਾ ਚਾਹੋ ਤਾਂ ਜ਼ਰੂਰ। ਨਾਲ ਦੀ ਨਾਲ ਭਾਰਤ ਸਰਕਾਰ ਹੁਣ ਇਹ ਯਕੀਨੀ ਬਣਾਉਣ ਤੇ ਲੱਗੀ ਆ ਕਿ ਜਿਹੜੇ ਮਾਣ ਸਨਮਾਨ ਵੱਖ-ਵੱਖ ਮੌਕਿਆਂ ਤੇ ਦਿੱਤੇ ਜਾਂਦੇ ਆ ਉਹ ਵਾਪਸ ਜਦੋਂ ਹੁੰਦੇ ਆ ਤੇ ਬੜੀ ਰਸਵਾਈ ਹੁੰਦੀ ਵੀ ਸਰਕਾਰ ਨੇ ਕਿਸੇ ਨੂੰ ਪਦਮ ਸ਼੍ਰੀ ਦਿੱਤਾ ਤੇ ਉਹਨੇ ਵਾਪਸ ਕਰਤਾ। ਸੋ ਇਸ ਵਾਰੀ ਕਿਉਂ ਨਾ ਹਲਫਨਾਮੇ ਲਏ ਜਾਣ, ਕਿਉਂ ਨਾ ਐਫੀਡੇਵਿਟ ਲਏ ਜਾਣ ਕਿ ਤੁਸੀਂ ਵਾਪਸ ਨਹੀਂ ਕਰੋਗੇ। ਸੋ ਬੜੀ ਅਜੀਬੋ-ਗਰੀਬ ਜਿਹੀ ਸਥਿਤੀ ਹੋਊਗੀ ਜੇ ਕਿਸੇ ਕੋਲੋਂ ਐਫੀਡੇਵਿਟ, ਵੱਡੇ ਬੰਦੇ ਕੋਲ ਐਫੀਡੇਵਿਟ ਲੈ ਕੇ ਉਹਨੂੰ ਸਨਮਾਨ ਦਿੱਤੇ ਜਾਣਾ ਤੇ ਉਹਨੇ ਕਹਿਣਾ ਮੈਂ ਸਨਮਾਨ ਕਰਨਾ ਵੀ ਕੀ ਆ। ਰੰਧਾਵਾ ਸਾਹਿਬ ਦੇਖੋ, ਜਿਹੜਾ ਮੈਨੂੰ ਲੱਗਦਾ ਕਿ ਜਿਹੜਾ ਵਿਅਕਤੀ ਸਨਮਾਨ ਦੇ ਮਤਲਬ ਉਸ ਸਨਮਾਨ ਦੇ ਹੱਕਦਾਰ ਹੈ, ਜਿਹੜਾ ਵਿਅਕਤੀ ਐਕਚੁਅਲੀ ਹੱਕਦਾਰ ਹੈ, ਉਹ ਤਾਂ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਵੀ ਐਫੀਡੇਵਿਟਸ ਹੋਣਗੇ ਉਹਨਾਂ ਤੇ ਕੋਈ ਸਾਈਨ ਨਹੀਂ ਕਰੇਗਾ, ਕਿਉਂਕਿ ਇਹ ਤਾਂ ਉਹਨੂੰ ਇੱਕ ਤਰ੍ਹਾਂ ਦਾ ਉਹਦੀ ਜ਼ੁਬਾਨ ਨੂੰ ਤਾਲਾਬੰਦੀ ਕਰਨ ਦੀ ਗੱਲ ਹੈ ਇੱਕ ਤਰ੍ਹਾਂ ਦੀ, ਵੀ ਉਹ ਬਈ ਐਸੇ ਕਿਸੇ ਇਸ਼ੂ ਤੇ ਬੋਲੇਗਾ ਵੀ ਨਹੀਂ ਔਰ ਆਪਣਾ ਸਨਮਾਨ ਵੀ ਵਾਪਸ ਨਹੀਂ ਕਰੇਗਾ। ਸਪੋਰ ਅੱਜ ਮਣੀਪੁਰ ਦੇ ਇਸ਼ੂ ਚੱਲ ਰਿਹਾ ਹੈ, ਸਾਰੇ ਬੰਦੇ ਬੋਲ ਰਹੇ ਆ, ਬਹੁਤ ਬੋਲ ਰਹੇ ਆ, 3 ਦਿਨ ਤੋਂ ਪਾਰਲੀਮੈਂਟ ਨਹੀਂ ਚੱਲ ਰਹੀ ਹੈ। ਕੱਲ ਨੂੰ ਕੋਈ ਮਣੀਪੁਰ ਦਾ ਹੀ ਵਿਅਕਤੀ ਮਤਲਬ ਕੋਈ ਐਸੇ ਇੰਨੇ ਉੱਚ ਕੋਟੀ ਦਾ ਕੋਈ ਸਾਹਿਤਕਾਰ ਹੋਵੇ ਜਾਂ ਕੁਝ ਹੋਰ ਕਿਸੇ ਵੀ ਫੀਲਡ 'ਚ ਉਹਦਾ ਕੋਈ ਮਾਣ ਹੋਵੇ, ਜਿਸ ਤਰ੍ਹਾਂ ਮੈਰੀ ਕੌਮ ਹੀ ਹੈ, ਕੱਲ ਉਹਨੂੰ ਇਸ ਗੱਲ ਤੇ ਲੱਗੇ ਯਾਰ ਵੀ ਮੇਰਾ ਸਟੇਟ ਬੋਇਲ ਹੋ ਰਿਹਾ, ਮੈਂ ਤਾਂ ਜਿੰਨੇ ਸਨਮਾਨ ਹੈ ਸਰਕਾਰ ਦੇ ਸਾਰੇ ਵਾਪਸ ਕਰਨ ਲੱਗੀ ਹੈ, ਇਹਨਾਂ ਦੇ ਇਹ ਕੋਈ ਉਸ ਤੇ ਨਹੀਂ ਕਰ ਰਿਹਾ, ਤਾਂ ਇਹ ਤਾਂ ਸਾਰੇ ਉਹਨਾਂ ਨੂੰ ਫਿਰ ਵੰਡਣ ਵਾਲੀ ਗੱਲ ਹੋ ਗਈ। ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਵਿਅਕਤੀ ਸਨਮਾਨ ਦੇ ਐਕਚੁਅਲ ਹੱਕਦਾਰ ਨੇ ਉਹ ਇਸ ਕਿਸਮ ਦਾ ਐਫੀਡੇਵਿਟ ਕੋਈ ਸਾਈਨ ਕਰਨਗੇ। ਤੇ ਔਰ ਇਹ ਜਿਹਨੇ ਵੀ ਇਸ ਤਰ੍ਹਾਂ ਦੀ ਕੋਈ ਪਾਈ ਹੈ, ਮੈਨੂੰ ਲੱਗਦਾ ਕਿ ਉਹ ਵੀ ਬੜੀ ਸੰਕੀਰਣ ਸੋਚ ਦਾ ਵਿਅਕਤੀ ਹੈ, ਜਿਹਨੇ ਇਸ ਕਿਸਮ ਦੀ ਸ਼ਰਤ ਲਗਾਈ ਹੈ ਵੀ ਸਨਮਾਨ ਹੀ ਆਪਾਂ ਉਹਨੂੰ ਦੇਣਾ ਜਿਹੜਾ ਇਹਨੂੰ ਵਾਪਸ ਨਹੀਂ ਕਰੇਗਾ। ਇਹਦੇ ਨਾਲ ਉਹਦਾ ਕੀ ਸਰੋਕਾਰ ਹੈ? ਜੇ ਤੁਸੀਂ ਕੋਈ ਇਹੋ ਜਿਹਾ ਕੰਮ ਕਰੋਗੇ ਜਿਸ ਨਾਲ ਉਹ ਵਿਅਥਿਤ ਹੋ ਰਿਹਾ ਬੰਦਾ, ਤਾਂ ਉਹ ਕਿਉਂ ਨਹੀਂ ਸਨਮਾਨ ਆਪਣਾ ਵਾਪਸ ਕਰ ਸਕਦਾ? ਮੈਨੂੰ ਲੱਗਦਾ ਕਿ ਇਹ ਇੰਨੇ ਕੁ ਰਾਈਟ ਸਭ ਕੋਲ ਹੋਣੇ ਚਾਹੀਦੇ ਨੇ। ਇਹ ਫੰਡਾਮੈਂਟਲ ਰਾਈਟਸ ਦਾ ਸਵਾਲ ਹੈ, ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਬਈ ਤੁਸੀਂ ਮੇਰੇ ਤੇ ਮੈਨੂੰ ਬੰਨੋਗੇ
ਇਸ ਕਰਕੇ ਵੀ ਤੈਨੂੰ ਸਨਮਾਨ, ਤੂੰ ਬਹੁਤ ਅੱਛਾ ਵਿਅਕਤੀ ਹੈ ਔਰ ਤੈਨੂੰ ਸਨਮਾਨ ਵੀ ਅਸੀਂ ਦੇਣਾ ਚਾਹੁੰਦੇ ਹਾਂ, ਪਰ ਇਹ ਵਾਪਸ ਨਹੀਂ ਕਰੇਗਾ। ਇਹ ਗੱਲਾਂ ਤਾਂ ਮੈਨੂੰ ਲੱਗਦਾ ਬਿਲਕੁਲ ਸਹੀ ਨਹੀਂ ਹੈਗੀਆਂ, ਇਹਨੂੰ ਤਾਂ ਗਵਰਨਮੈਂਟ ਨੂੰ ਹੀ ਵੈਸੇ ਵਾਪਸ ਲੈਣਾ ਚਾਹੀਦਾ। ਪਹਿਲੀ ਗੱਲ ਤੇ ਇਹ ਆ ਕਿ ਪਹਿਲਾਂ ਸਨਮਾਨ ਮਿਲਦੇ ਹੀ ਉਹਨਾਂ ਨੂੰ ਹੁੰਦੇ ਸੀ ਜਿਹੜੇ ਲੋਕਾਂ ਦੀ ਹੱਕ ਦੀ ਆਵਾਜ਼ ਉਠਾਉਂਦੇ ਸੀ, ਜਿਹੜੇ ਆਵਾਜ਼ ਉਠਾਉਂਦੇ ਸੀ, ਭਾਵੇਂ ਉਹ ਕਵਿਤਾ ਰਾਹੀਂ ਹੋਵੇ, ਲਿਟਰੇਚਰ ਦੀ ਕਿਸੇ ਵਿਧਾ ਰਾਹੀਂ ਹੋਵੇ, ਜਾਂ ਫਿਰ ਉਹ ਸਮਾਜਿਕ ਕਾਰਕੁਨ ਹੋਣ, ਪੋਲੀਟੀਸ਼ੀਅਨਸ ਨੂੰ ਵੀ ਆਪਣੀ ਕਾਰਗੁਜ਼ਾਰੀ ਲਈ ਮਿਲਦੇ ਰਹੇ ਆ ਮਾਣ ਸਨਮਾਨ। ਪਰ ਜੇ ਹੁਣ ਭਾਸਕਰ ਸਾਹਿਬ ਸੰਸਦੀ ਕਮੇਟੀ ਉਹੋ ਹੀ ਇਹ ਕਵੇ ਵੀ ਪਹਿਲਾਂ ਤਾਂ ਇਹਨਾਂ ਦੀਆਂ ਲਿਸਟਾਂ ਬਣਾਓ ਜਿਨ੍ਹਾਂ ਨੇ ਪਹਿਲਾਂ ਇਨਾਮ ਵਾਪਸ ਕੀਤੇ ਆ, ਫਿਰ ਇਸ ਤਰ੍ਹਾਂ ਸੋਚੇ ਵੀ ਅੱਗੇ ਤੋਂ ਘੱਟੋ ਘੱਟ ਇਹਨਾਂ ਨੂੰ ਦੁਬਾਰਾ ਕੋਈ ਮਾਣ ਸਨਮਾਨ ਨਹੀਂ ਦੇਣਾ, ਫਿਰ ਇਹਨਾਂ ਨੂੰ ਕਿਧਰੇ ਕੋਈ ਨੋਮੀਨੇਟ ਨਹੀਂ ਕਰਨਾ, ਕਿਸੇ ਜਿਊਰੀ ਦਾ ਮੈਂਬਰ ਨਹੀਂ ਬਣਾਉਣਾ, ਤੇ ਫਿਰ ਇਹਨਾਂ ਨੂੰ ਨਾਲ ਦੀ ਨਾਲ ਹੀ ਤੁਸੀਂ ਕਿਸੇ ਵੀ ਅਹਿਮ ਅਹੁਦੇ ਦੇ ਉੱਤੇ ਨਾਮਜ਼ਦ ਵੀ ਨਹੀਂ ਕਰਨਾ। ਇੱਕ ਟਿੱਪਣੀ, ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਟੈਸਟ ਹੋਏ ਨੇ ਜਿਹਦੇ ਵਿੱਚ ਸਨਮਾਨਿਤ ਵਿਅਕਤੀਆਂ ਨੇ ਆਪਣੇ ਸਨਮਾਨ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਤੁਹਾਨੂੰ ਯਾਦ ਹੋਏਗਾ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਸਨਮਾਨਿਤ ਵਿਅਕਤੀ ਉੱਤੇ ਇਕੱਠੇ ਹੋਏ ਸੀ, ਕਹਿੰਦੇ ਅਸੀਂ ਆਪਣਾ ਸਨਮਾਨ ਵਾਪਸ ਕਰਨਾ। ਵਾਪਸ ਕਿਹਨੂੰ ਕਰਨ, ਇਹਦੇ ਉੱਤੇ ਕਦੀ ਉਹ ਰਾਸ਼ਟਰਪਤੀ ਵੱਲ ਜਾਣ ਦੀ ਕੋਸ਼ਿਸ਼ ਕਰਦੇ ਸੀ, ਪਰ ਚਲੋ ਇਹ ਜਿਹੜੇ ਪ੍ਰੋਟੈਸਟ ਦਾ ਇੱਕ ਮਾਧਿਅਮ ਚੱਲ ਰਿਹਾ ਹੈ ਕਿ ਸਨਮਾਨ ਨੂੰ ਵਾਪਸ ਕਰਨਾ, ਇਹਦੇ ਉੱਤੇ ਰੋਕ ਲਾਉਣ ਵਾਸਤੇ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਨੇ ਇੱਕ ਸੁਜੈਸ਼ਨ ਦਿੱਤਾ ਹੈ ਕਿ ਇਸ ਤਰ੍ਹਾਂ ਦੇ तमाम ਵਿਅਕਤੀਆਂ ਤੋਂ ਇਹ ਗੱਲ ਲਿਖਵਾ ਕੇ ਲਿੱਤੀ ਜਾਏ ਕਿ ਕਿਸੇ ਵੀ ਹਾਲਾਤ ਦੇ ਵਿੱਚ ਇਹ ਸਨਮਾਨ ਦਾ ਅਪਮਾਨ ਨਹੀਂ ਕਰੋਗੇ, ਯਾਨੀ ਉਹਨੂੰ ਵਾਪਸ ਕਰਨ ਦੀ ਗੱਲ ਨਹੀਂ ਕਰੋਗੇ। ਇਹ ਗੱਲ ਇਹ ਨਹੀਂ ਹੈ ਕਿ ਉਹਨਾਂ ਨੂੰ ਕਿਸੇ ਵੀ ਗੱਲ ਤੋਂ ਬੋਲਣ ਤੋਂ ਰੋਕਣ ਦੀ ਗੱਲ ਹੈਗੀ ਹੈ, ਉਹ ਬੋਲ ਸਕਦੇ ਨੇ, ਪਰ ਆਪਣਾ ਸਨਮਾਨ ਵਾਪਸ ਨਹੀਂ ਕਰਨਗੇ, ਕਿਉਂਕਿ ਇਹ ਸਨਮਾਨ ਉਹਨਾਂ ਨੂੰ ਓਨਰ ਕਰਨ ਵਾਸਤੇ ਦਿੱਤਾ ਹੋਇਆ ਹੈ। ਤੁਸੀਂ ਓਨਰ ਦੇ ਮਾਧਿਅਮ ਦੇ ਨਾਲ ਪ੍ਰੋਟੈਸਟ ਨਹੀਂ ਕਰ ਸਕਦੇ। ਇਸ ਗੱਲ ਦੇ ਉੱਤੇ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ ਸਾਰੇ ਲੋਕਾਂ ਨੇ ਤੇ ਐਲਾਨ ਕੀਤਾ ਸੀਗਾ ਅਸੀਂ ਆਪਣਾ ਸਨਮਾਨ ਵਾਪਸ ਕਰਾਂਗੇ, ਪਰ ਉਹ ਸਿਰਫ ਐਲਾਨ ਸੀਗਾ। ਇਸ ਗੱਲ ਦਾ ਵੀ ਜ਼ਿਕਰ ਇਸ ਸਟੈਂਡਿੰਗ ਕਮੇਟੀ ਨੇ ਕੀਤਾ ਹੈ ਕਿ ਉਹਨਾਂ ਲੋਕਾਂ ਦੀ ਵੀ ਇੱਕ ਲਿਸਟ ਬਣਾਈ ਜਾਏਗੀ ਔਰ ਅੱਗੇ ਤੋਂ ਕਿਸੇ ਵੀ ਵੱਡੇ ਅਪਾਇੰਟਮੈਂਟ ਵਾਸਤੇ ਜਾਂ ਨਾਮਜ਼ਦ ਕਰਨ ਵਾਸਤੇ ਜਾਂ ਉਹਨਾਂ ਦੇ ਕੋਈ ਤਰੱਕੀ ਦੇਣ ਵਾਸਤੇ ਜਾਂ ਦੁਬਾਰਾ ਅਵਾਰਡ ਦੇਣ ਵਾਸਤੇ ਉਹਨਾਂ ਦਾ ਨਾਮ ਉਸ ਲਿਸਟ ਤੋਂ ਕੱਟ ਦਿੱਤਾ ਜਾਏਗਾ। ਚਲੋ ਇਹ ਗੱਲ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਥਰੂ ਅੱਗੇ ਚੱਲੀ ਹੈ ਕਿ ਕਿੰਨੀ ਕੁ ਅੱਗੇ ਹੈ, ਕਦੋਂ ਇੰਪਲੀਮੈਂਟ ਹੋਏਗੀ, ਲੇਕਿਨ ਪ੍ਰੋਟੈਸਟ ਨੂੰ ਰੋਕਣ ਦੇ ਵੱਖ-ਵੱਖ ਤਰੀਕੇ ਵੱਖ-ਵੱਖ ਸੂਬਿਆਂ ਦੇ ਵਿੱਚ ਅਪਣਾਏ ਜਾ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਇੱਕ ਬਿੱਲ ਪਾਸ ਹੋਇਆ, ਉਹਦੇ ਵਿੱਚ ਕਿਹਾ ਗਿਆ ਕਿ ਡੈਡ ਬੋਡੀ ਰਿਸਪੈਕਟ ਬਿੱਲ, ਯਾਨੀ ਇਸ ਬਿੱਲ ਦੇ ਮਾਧਿਅਮ ਦੇ ਵਿੱਚ ਉਹਨਾਂ तमाम ਪ੍ਰੋਟੈਸਟਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਕਿਸੇ ਵੀ ਤਰੀਕੇ ਨਾਲ, ਭਾਵੇਂ ਕਸਟਡੀ ਦੇ ਵਿੱਚ ਕਿਸੇ ਪੁਲਿਸ ਕਸਟਡੀ ਦੇ ਵਿੱਚ ਕਿਸੇ ਦੀ ਡੈਥ ਹੋਈ ਹੁੰਦੀ ਹੈ, ਤੇ ਡੈਡ ਬੋਡੀ ਨੂੰ ਸੜਕ ਤੇ ਰੱਖ ਕੇ ਪ੍ਰੋਟੈਸਟ ਕਰਨ ਦਾ ਤਰੀਕਾ ਕਾਫੀ ਪ੍ਰਚਲਿਤ ਹੋ ਗਿਆ ਸੀ। ਔਰ 306 ਇਸ ਤਰ੍ਹਾਂ ਦੇ ਕੇਸਿਸ ਤੇ ਰਾਜਸਥਾਨ ਦੇ ਵਿੱਚ ਹੀ ਆਏ ਸੀ। ਤੇ ਹੁਣ ਉਹਨਾਂ ਨੇ ਕਹਿਤਾ ਕਿ ਜੋ ਵੀ ਵਿਅਕਤੀ ਡੈਡ ਬੋਡੀ ਨੂੰ ਅਗਰ ਸੜਕ ਤੇ ਰੱਖ ਕੇ ਜਾਂ ਕਿਸੇ ਵੀ ਜਗ੍ਹਾ ਰੱਖ ਕੇ ਪ੍ਰੋਟੈਸਟ ਕਰਦੇ ਨੇ ਤੇ ਉਹਨਾਂ ਨੂੰ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਹੁਣ ਇਹ ਬਿੱਲ ਐਕਟ ਦਾ ਰੂਪ ਲੈਂਦਾ ਕਿ ਨਹੀਂ ਲੈਂਦਾ, ਪਰ ਪ੍ਰੋਟੈਸਟ ਨੂੰ ਰੋਕਣ ਦੇ ਕਈ ਤਰੀਕੇ ਕਈ ਸੂਬਿਆਂ ਦੇ ਵਿੱਚ ਅਪਣਾਏ ਜਾ ਰਹੇ ਨੇ। ਤਰੀਕਾ ਵੀ ਕੀ ਅਪਣਾਇਆ ਗਿਆ ਵੀ ਡੈਡ ਬੋਡੀ ਰਿਸਪੈਕਟ ਬਿੱਲ ਕਿਹਾ ਗਿਆ ਹੋਊਗਾ ਇਹਨੂੰ, ਜਾਂ ਕੋਈ ਇੰਜ ਦਾ ਹੀ, ਮਤਲਬ ਬੰਦੇ ਪ੍ਰਦਰਸ਼ਨ ਨਾ ਕਰ ਸਕਣ, ਇਹਦੇ ਵਿੱਚ ਡੈਡ ਬੋਡੀ ਨੂੰ ਰਿਸਪੈਕਟ ਦੇ ਰਿਹਾ ਬਹਾਨੇ ਨਾਲ। ਲੇਕਿਨ ਲੋਕ ਬੜੇ ਸਿਆਣੇ ਨੇ। ਸਵਾਲ ਇਸ ਗੱਲ ਦਾ ਵੀ ਹੈ ਕਿ ਰਾਜਸਥਾਨ ਦੇ ਵਿੱਚ 300 ਤੋਂ ਵੱਧ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਸੜਕ ਤੇ ਰੱਖ ਲਿਆ ਸ਼ਵ ਤੇ ਨਾਲ ਹੀ ਕਿਹਾ ਵੀ ਸੰਸਕਾਰ ਉਨੀ ਦੇਰ ਨਹੀਂ ਕਰਨਾ। ਪੰਜਾਬ 'ਚ ਤੇ ਹੁਣ ਨਿੱਤ ਦਿਨ ਦੀ ਕਹਾਣੀ, ਜਦੋਂ ਕਿਧਰੇ ਕੋਈ ਨਸ਼ੇ ਨਾਲ ਮਰਦਾ ਹੈ ਜਾਂ ਕਿਧਰੇ ਕੋਈ ਕਿਸਾਨ ਕਰਜ਼ੇ ਤੋਂ ਦੁਖੀ ਹੋਇਆ ਮਰਦਾ ਤੇ ਕੁਝ ਦੇਰ ਲਈ ਜਿੰਨਾ ਚਿਰ ਪ੍ਰਸ਼ਾਸਨ ਕੋਈ ਆਣ ਕੇ ਭਰੋਸਾ ਨਹੀਂ ਦਿੰਦਾ, ਉਹ ਲੋਕ ਬੈਠ ਜਾਂਦੇ ਆ ਵੀ ਅਸੀਂ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ। ਹੋਰ ਤਰੀਕਾ ਕੀ ਹੁੰਦਾ? ਇੰਦਰਪ੍ਰੀਤ ਜੀ ਕੋਈ ਗੱਲ ਕਹਿਣਾ ਚਾਹ ਰਹੇ ਤੁਸੀਂ ਲਾਸਟ, ਬਸ ਖਤਮ ਕਰੀ। ਮੈਂ ਤਾਂ ਜਿਹੜੀ ਭਾਸਕਰ ਸਾਹਿਬ ਨੇ ਰਾਜਸਥਾਨ ਵਾਲੀ ਬੋਡੀ ਦੀ ਰਿਸਪੈਕਟ ਦੀ ਗੱਲ ਕੀਤੀ ਸੀ, ਭਾਸਕਰ ਸਾਹਿਬ ਜਿਹੜੀ ਸਰਕਾਰਾਂ ਦਾ ਰਵੱਈਆ ਹੈ ਉਹ ਹੈ ਹੀ ਇਹ ਕਿ ਅਸੀਂ ਨਹੀਂ ਤੁਹਾਡੀ ਗੱਲ ਸੁਣਨੀ, ਤੁਸੀਂ ਮੁਰਦਿਆਂ ਨੂੰ ਸੁਣਾਉਣਾ ਚਾਹੋ ਤਾਂ ਸੁਣਾ ਲਓ ਜਿੰਨੀ ਸੁਣਾਣੀ ਚਾਹੋ। ਤੁਸੀਂ ਦੇਖੋ ਚੰਡੀਗੜ੍ਹ ਜਿਹੜੀ 2 ਪ੍ਰਦੇਸ਼ਾਂ ਦੀ ਰਾਜਧਾਨੀ ਹੈ, ਉਹਦੇ ਵਿੱਚ ਪ੍ਰਦਰਸ਼ਨ ਕਰਨ ਵਾਸਤੇ ਇੱਕ ਰੈਲੀ ਗਰਾਊਂਡ ਬਣਾਇਆ ਗਿਆ ਹੈ ਬਿਲਕੁਲ ਸ਼ਮਸ਼ਾਨ ਘਾਟ ਦੇ ਸਾਹਮਣੇ, ਯਾਨੀ ਔਰ ਉਸ ਸਾਈਡ ਤੇ ਕੋਈ ਵੀ ਨਹੀਂ ਜਾਂਦਾ, ਉਸ ਸਾਈਡ ਤੇ ਬਹੁਤ ਘੱਟ ਲੋਕ ਜਾਂਦੇ ਆ। ਯਾਨੀ ਕਿ ਪਹਿਲਾਂ ਜਿਹੜਾ ਰੈਲੀ ਗਰਾਊਂਡ ਤਾਂ ਨਹੀਂ, ਮੈਂ ਪ੍ਰਦਰਸ਼ਨ ਲਈ ਲੋਕ ਜਗ੍ਹਾ ਚੁਣਦੇ ਹੁੰਦੇ ਸੀ, ਮਟਕਾ ਚੌਂਕ ਚੁਣਦੇ ਹੁੰਦੇ ਸੀ, ਕਾਫੀ ਖੁੱਲੀ ਜਗ੍ਹਾ ਉੱਥੇ, ਤੇ ਲੋਕ ਸੜਕ ਦੇ ਕਿਨਾਰੇ ਬੈਠ ਜਾਂਦੇ ਸੀ। ਸੜਕ ਦੇ ਕਿਨਾਰੇ ਵੀ ਕਾਫੀ ਖੁੱਲੀ ਜਗ੍ਹਾ ਤੇ ਉਧਰੋਂ ਜਿਹੜਾ ਸੈਕਟਰੀਏਟ ਨੂੰ ਕਿਉਂਕਿ ਜਾਂਦਾ ਸੀ, ਹਾਈ ਕੋਰਟ ਨੂੰ ਵੀ ਰਸਤਾ ਉਹੀ ਜਾਂਦਾ ਸੀ। ਯਾਨੀ ਕਿ ਉਹਨਾਂ ਕੋਲ ਇੱਕ ਆਪਸ਼ਨ ਹੁੰਦੀ ਸੀ ਵੀ ਆਪਣੀ ਗੱਲ ਚਾਹੇ ਤਾਂ ਉਹ ਜੱਜਾਂ ਨੂੰ ਵੀ ਉੱਥੇ ਬੈਠ ਕੇ ਸੁਣਾ ਦੇਣ ਤੇ ਚਾਹੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਨੂੰ ਵੀ ਸੁਣਾ ਦੇਣ, ਚਾਹੇ ਮੰਤਰੀਆਂ ਨੂੰ ਵੀ ਸੁਣਾ ਦੇਣ। ਪਰ ਉਹ ਇੱਕ ਤਾਜ ਹੋਟਲ ਕਰਕੇ ਉਹ ਜਗ੍ਹਾ ਬੰਦ ਕਰਤੀ ਤੇ ਉਹ ਰੈਲੀ ਗਰਾਊਂਡ ਉੱਥੇ ਬਣਾਇਆ।
ਤੇ ਹੁਣ ਉੱਥੇ ਉਹ ਕਹਿੰਦੇ ਵੀ ਤੁਸੀਂ ਜਿੰਨਾ ਮਰਜ਼ੀ ਉੱਚੀ ਉੱਚੀ ਬੋਲੋ, ਕੋਈ, ਕਿਉਂਕਿ ਸਾਡੇ ਤੱਕ ਵੈਸੇ ਗੱਲ ਪਹੁੰਚਣੀ ਨਹੀਂ ਤੇ ਮੁਰਦੇ ਤਾਂ ਸੁਣਦੇ ਹੀ ਨਹੀਂ ਹੁੰਦੇ, ਸੋ ਤੁਸੀਂ ਜਿੰਨਾ ਮਰਜ਼ੀ ਬੋਲੋ। ਯਾਨੀ ਕਿ ਸਰਕਾਰਾਂ ਜਦੋਂ ਲੋਕਾਂ ਦੀ ਆਵਾਜ਼ ਸੁਣਨਾ ਬੰਦ ਕਰਨ ਦੇ ਯਤਨ ਕਰਦੀਆਂ ਨੇ ਨਾ, ਤਾਂ ਫਿਰ ਉਹ ਪਾਰਟੀਆਂ ਸਰਕਾਰਾਂ 'ਚ ਫਿਰ ਰਹਿੰਦੀਆਂ ਵੀ ਨਹੀਂ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਵੀ ਕੋਸ਼ਿਸ਼ ਉਸੇ ਤਰ੍ਹਾਂ ਦੀ ਹੋਈ ਹੋ ਰਹੀ ਹੈ ਕਿ ਯਾਰ ਕਿਸ ਤਰ੍ਹਾਂ ਦਬਾਈ ਜਾਏ ਆਵਾਜ਼, ਤੇ ਜਦੋਂ ਲੋਕ ਆਵਾਜ਼ ਕੱਢਣਗੇ ਫਿਰ ਤਾਂ ਉਹ ਸੁਣਾ ਦੇਣਗੇ ਕਿਸੇ ਨਾ ਕਿਸੇ ਤਰ੍ਹਾਂ, ਕਿਉਂਕਿ ਲੋਕ ਫਿਰ ਉਸ ਤਰ੍ਹਾਂ ਦੀ ਸਰਕਾਰ ਉੱਥੇ ਚਾਹੁੰਦੇ ਹੀ ਨਹੀਂ। ਇੰਦਰਪ੍ਰੀਤ ਜੀ, ਸਿਤਮ ਜਰੀਫੀ ਤੇ ਇਹੀ ਆ ਵੀ ਲੋਕਾਂ ਦੀ ਆਵਾਜ਼ ਹੀ ਹੈ ਨਹੀਂ। ਹੁਣ ਤੁਸੀਂ ਗੱਲ ਠੀਕ ਕੀਤੀ ਆ ਕਿ ਮਟਕਾ ਚੌਂਕ ਤੋਂ 25 ਵਾਲੇ ਸ਼ਮਸ਼ਾਨ ਘਾਟ ਦੇ ਨੇੜਲੀ ਜਗ੍ਹਾ ਤੇ ਲੈ ਗਏ ਹੋ। ਹੁਣ ਸਵਾਲ ਇਸ ਗੱਲ ਦਾ ਹੈ ਕਿ ਇਹਦਾ ਵਿਰੋਧ ਕਿਹਨੇ ਕੀਤਾ? ਕੋਈ ਕਿਸਾਨ ਜਥੇਬੰਦੀ, ਕੋਈ ਮਾੜੀ ਮੋਟੀ ਆਵਾਜ਼ ਕੱਢੀ ਕਿਸੇ ਨੇ? ਸਭ ਤੋਂ ਪ੍ਰਭਾਵਸ਼ਾਲੀ ਇਹ ਲੋਕ ਸੀਗੇ ਜਿਨ੍ਹਾਂ ਨੇ ਦਿੱਲੀ ਹਿਲਾਤੀ। ਮਤਲਬ ਇਹਨਾਂ ਦੇ ਸਭ ਤੋਂ ਵੱਧ ਰਾਈਟ, ਮਜ਼ਦੂਰਾਂ ਦੇ, ਕਿਸਾਨਾਂ ਦੇ, ਨੌਜਵਾਨਾਂ ਦੇ, ਇਹਨਾਂ ਦੇ ਹੱਕ ਮਾਰੇ ਗਏ। ਮਟਕਾ ਚੌਂਕ ਦੇ ਵਿੱਚ ਬੈਠ ਕੇ ਵੈਸੇ ਵੀ ਚੰਗਾ ਲੱਗਦਾ ਤੁਹਾਨੂੰ ਟ੍ਰੈਫਿਕ ਦੇ ਨਜ਼ਰੀਏ ਤੋਂ ਜਾਂ ਬਾਕੀ। ਜੇ ਕਿਸੇ ਨੇ ਤੁਹਾਨੂੰ ਦੇਖਣਾ ਹੀ ਨਹੀਂ, ਉਹ ਪ੍ਰੋਟੈਸਟ ਕਾਹਦਾ? ਜਿਸ ਦਾ ਸਰਕਾਰ ਤੇ ਅਸਰ ਹੀ ਕੋਈ ਨਹੀਂ। ਤੁਸੀਂ ਸਾਈਡ ਤੇ ਬੈਠੇ ਹੋ ਇੱਕ ਗਰਾਊਂਡ 'ਚ, ਜਿੱਦਾਂ ਕਿਸਾਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਅੱਗੇ ਆ ਜਾਓ ਜੀ, ਉੱਥੇ ਤੁਹਾਨੂੰ ਇੱਕ ਜਗ੍ਹਾ ਦੇ ਦਿੰਦੇ ਆ, ਤੇ ਜੇ ਉਹ ਸੜਕ ਤੇ ਨਾ ਬੈਠਦੇ ਉੱਥੇ ਚਲੇ ਜਾਂਦੇ ਤੇ 4 ਚੁਫੇਰੇ ਉਹਦੇ ਉਹ ਪੁਲਿਸ ਲਾ ਦਿੰਦੇ, ਕਿਹਨੇ ਸੁਣਨ ਆਉਣਾ ਸੀ? ਉੱਥੇ ਇੰਟਰਨੈਟ ਬੰਦ ਕਰ ਦਿੰਦੇ ਤੇ ਆਵਾਜ਼ ਵੀ ਬੰਦ ਹੋ ਜਾਣੀ ਸੀ। ਸੋ ਮੈਨੂੰ ਲੱਗਦਾ ਹੈ ਕਿ ਸਾਡੇ ਲੋਕਾਂ ਨੇ ਵੀ ਲੜਨਾ ਛੱਡਤਾ। ਅਦਰਵਾਈਜ਼ ਮਟਕਾ ਚੌਂਕ ਇੱਕ ਬਿਹਤਰ ਜਗ੍ਹਾ ਸੀਗੀ, ਔਰ ਉੱਥੋਂ ਸ਼ਮਸ਼ਾਨ ਘਾਟ ਦੇ ਲਾਗੇ ਜਾ ਕੇ ਹੁਣ ਉੱਥੇ ਜਾਂਦੇ ਵੀ ਕਿੰਨੇ ਕੁ ਨੇ, ਇਹ ਵੀ ਵੇਖਣ ਵਾਲੀ ਗੱਲ ਆ। ਬੈਰੀਕੇਡਿੰਗ ਤੇ ਉਰਲੇ ਬੰਨੇ ਸਾਰੇ ਬੰਨੇ ਕਰਤੀ ਜਾਂਦੀ, ਕੋਈ ਉੱਥੇ 25 ਚ ਵੀ ਨਹੀਂ ਪਹੁੰਚਣ ਦਿੱਤਾ ਜਾਂਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।